ਉਹਨਾਂ ਨੂੰ ਬੰਦਾ ਪੁੱਛੇ ਵੀ ਮਾਡਰਨ ਕਹਿੰਦੇ ਕਿਹਨੂੰ ਕਹਿੰਦੇ, ਕਿ ਜਦੋਂ ਜਨਮ ਲੈਣਾ ਹੈ, ਜਦੋਂ ਬੰਦਾ ਪਹਿਲਾਂ ਜਦੋਂ ਲੋਕ ਜਨਮ ਲੈਂਦੇ ਸਨ ਕੋਈ ਬਦਲਾਅ ਹੋ ਗਿਆ, ਜਨਮ ਵੀ ਤੇ ਉਸੇ ਤਰ੍ਹਾਂ ਹੀ ਲੈ ਰਹੇ ਨੇ ਤੇ ਮਰਨ ਵੀ ਉਸੇ ਤਰ੍ਹਾਂ ਹੀ ਹੋ ਰਿਹਾ। ਮਾਡਰਨ ਹੋਇਆ ਕੀ ਅੱਜ? ਅਸੀਂ ਵੈਸਟਰਨ ਕਲਚਰ ਅਪਣਾ ਲਿਆ, ਅਸੀਂ ਆਪਣਾ ਕਲਚਰ ਛੱਡ ਦਿੱਤਾ ਹੈ। ਵੈਸਟਰਨ ਕਲਚਰ ਨੂੰ ਅਪਣਾ ਕੇ ਅਸੀਂ ਆਪਣੀ ਕਲਚਰ ਨੂੰ ਛੱਡ ਕੇ ਕਹਿੰਦੇ ਆ ਮਾਡਰਨ ਹੋ ਗਏ। ਅੱਜ ਅਸੀਂ ਆਪਣੇ ਕਲਚਰ ਤੋਂ ਦੂਰ ਹੋ ਗਏ ਹਾਂ, ਆਪਣੇ ਬਾਣੀ ਨੂੰ ਛੱਡਤਾ, ਬਾਣੇ ਨੂੰ ਛੱਡਤਾ, ਆਪਣੇ ਪਹਿਰਾਵੇ ਨੂੰ ਛੱਡਤਾ ਤੇ ਮਾਡਰਨ ਬਣ ਗਏ, ਵੈਸਟਰਨ ਕਲਚਰ ਅਪਣਾ ਲਿਆ। ਇਹ ਹੀ ਸਿਰਫ ਮਾਡਰਨ ਜ਼ਮਾਨਾ ਜੀ। ਜੇ ਜਨਮ ਲੈਣ ਦਾ ਕੋਈ ਤਰੀਕਾ ਵੱਖਰਾ ਨਹੀਂ ਹੋਇਆ ਉਦੋਂ ਤੋਂ ਲੈ ਕੇ ਜਦੋਂ ਤੋਂ ਸੰਸਾਰ ਬਣਿਆ, ਜਾਣ ਦਾ ਕੋਈ ਤਰੀਕਾ ਵੱਖਰਾ ਅਜੇ ਤੱਕ ਨਹੀਂ ਬਣਿਆ। ਗੁਰੂ ਪਿਆਰਿਓ, ਅਸੀਂ ਆਪਣਾ ਕਲਚਰ ਛੱਡ ਗਏ, ਬਾਣੇ ਨੂੰ ਛੱਡ ਗਏ। ਜਿੱਥੇ ਬਾਣੀ ਹੈ, ਬਾਣਾ ਹੈ, ਉੱਥੇ ਹੀ ਪ੍ਰਮਾਤਮਾ ਦੀ ਰਹਿਮਤ ਹੈ। ਹੁਣ ਇਸੇ ਹੀ ਪ੍ਰਸੰਗ ਨੂੰ ਮੈਂ ਅੱਗੇ ਸ਼ੁਰੂ ਕਰਦਾ। ਮੈਂ ਮਨ ਦੀ ਗੱਲ ਕੀਤੀ, ਮਨ ਦਾ ਟਿਕਾਓ ਬਣਾਓ। ਮਨ ਨੂੰ ਗੁਰੂ ਚਰਨਾਂ ਦੇ ਵਿੱਚ ਆਏ ਆ ਤੇ ਇਹ ਨਾ ਹੋਵੇ ਕਿ ਮਨ ਰੂਪੀ ਡੱਡੂ ਜਿਵੇਂ ਵਿਕਾਰਾਂ ਦਾ ਗੰਦਗੀ ਖਾਂਦਾ ਰਹੇ, ਮੈਲਾ ਹੀ ਖਾਂਦਾ ਰਹੇ। ਜਿੱਥੇ ਤਨ ਹੈ ਟਿਕਾਓ, ਮਨ ਲਿਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ। ਹੁਣ ਇੱਕ ਵਾਰੀ ਨਾ ਗੂੰਜਾਂ ਪਾ ਦਿਓ, ਫਿਰ ਸਾਰਿਆਂ ਦੀ ਰਸਨਾ ਦੇ ਵਿੱਚੋਂ ਆਵਾਜ਼ ਨਿਕਲੇ। ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਸਾਰੇ ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ ਮਿਲ ਪੀਵੋ ਭਾਈ ਅੰਮ੍ਰਿਤ ਨਿਧਾਨ ਹੈ। ਅੰਮ੍ਰਿਤ ਛਕਣ ਲਈ ਤਿਆਰੀ ਕਰੋ, ਪਹਿਲਾਂ ਤਿਆਰੀ ਕਰਨੀ ਪਏਗੀ। ਤੇ ਅੰਮ੍ਰਿਤ ਦੀ ਦਾਤ, ਅੰਮ੍ਰਿਤ ਜਦੋਂ ਅਸੀਂ ਛਕਣਾ ਹੋਵੇ ਤੇ ਪਹਿਲਾਂ ਪੰਜਾਂ ਪਿਆਰਿਆਂ ਦੇ ਕੋਲ ਜਦੋਂ ਅਸੀਂ ਜਾਂਦੇ ਹਾਂ, ਪੇਸ਼ ਹੁੰਨੇ ਆ, ਤੇ ਪੰਜ ਪਿਆਰੇ ਸਾਡੇ ਚਿਹਰੇ ਮੋਹਰੇ ਵੱਲੇ ਵੇਂਦੇ ਨੇ। ਜੇ ਦਾੜੀ ਕਤਲ ਕੀਤੀ ਹੋਵੇ, ਸਿਰ ਤੇ ਕੇਸ ਨਾ ਹੋਣ, ਤੇ ਕਹਿੰਦੇ ਨੇ ਅੰਮ੍ਰਿਤ ਨਹੀਂ ਛਕਾਇਆ ਜਾਏਗਾ, ਅੰਮ੍ਰਿਤ ਦੀ ਦਾਤ ਨਹੀਂ ਮਿਲ ਸਕਦੀ। ਕਿਉਂ ਕਿ ਕੇਸ ਇੱਕ ਨਿਰੰਕਾਰ ਵੱਲੋਂ ਸਾਨੂੰ, ਉਸ ਵਾਹਿਗੁਰੂ ਵੱਲੋਂ ਸਾਨੂੰ ਇੱਕ ਕਕਾਰ ਮਿਲਿਆ, ਜਿਹੜੇ ਪੰਜਾਂ ਕੱਕਿਆਂ ਦੀ ਗੱਲ। ਇਹ ਕੇਸ ਸਾਨੂੰ ਉਸ ਵਾਹਿਗੁਰੂ ਪਰਵਤਗਾਰ ਵੱਲੋਂ ਮਿਲੇ ਨੇ। ਆ ਜਿਹੜੇ ਪੰਜ ਕਕਾਰ ਨੇ, ਪਹਿਲਾ ਕੇਸ ਤੇ ਬਾਅਦ ਵਿੱਚ ਕੰਘਾ। ਇਹ ਜਿਹੜਾ ਕੰਘਾ ਹੈ, ਕੜਾ ਹੈ, ਕਛਹਿਰਾ ਹੈ, ਕਿਰਪਾਨ ਹੈ, ਇਹ ਤੇ ਸਾਨੂੰ ਸੰਸਾਰ ਵਿੱਚੋਂ ਮਿਲੀ ਹੈ। ਕੇਸ ਕਿੰਨੇ ਸਾਨੂੰ ਨਿਰੰਕਾਰ ਨੇ ਦਿੱਤੇ। ਜਦੋਂ ਮਨੁੱਖ ਜਨਮ ਲੈਣ ਦੇ ਆਰ ਪਾਰ ਵਿੱਚ ਹੋਵੇ, ਜਦੋਂ ਜਨਮ ਲੈਣ ਵਾਲਾ ਹੋਵੇ, ਜਦੋਂ ਸੰਸਾਰ ਦੇ ਵਿੱਚ ਆਉਂਦਾ ਹੈ, ਕਦੀ ਵੇਖਨੇ ਆ ਆਪਾਂ ਬੱਚੇ ਦੇ ਸਿਰ ਦੇ ਉੱਤੇ ਕੇਸ ਹੁੰਦੇ ਨੇ ਨਾ, ਨਿੱਕੇ ਨਿੱਕੇ ਕੇਸ ਹੁੰਦੇ ਨੇ। ਕਿੰਨੇ ਦਿੱਤੇ ਨੇ ਕੇਸ? ਮਾਂ ਦੀ ਕੁੱਖ ਵਿੱਚ ਵੀ ਰੱਬ ਨੇ ਸਾਨੂੰ ਕੇਸ ਦੇ ਦਿੱਤੇ। ਕੇਸ ਕੀ ਨੇ? ਜਿਵੇਂ ਬਰਾਤ ਦੇ ਵਿੱਚ ਲਾੜਾ ਹੋਵੇ, ਜੇ ਬਰਾਤ ਆਈ ਹੈ ਤੇ ਲਾੜਾ ਹੀ ਕੋਈ ਨਹੀਂ ਵਿੱਚ, ਤੇ ਬਰਾਤ ਦਾ ਕੋਈ ਸਨਮਾਨ ਕਰਦਾ ਜੇ ਲਾੜਾ ਨਾ ਹੋਵੇ?
ਨਹੀਂ ਨਾ ਸਨਮਾਨ ਹੁੰਦਾ। ਕੋਈ ਨਹੀਂ ਬਰਾਤ ਨੂੰ ਪੁੱਛੇਗਾ ਜਿੰਨਾ ਚਿਰ ਲਾੜਾ ਨਹੀਂ। ਗੁਰੂ ਪਿਆਰਿਓ, ਕੇਸ ਸਾਨੂੰ ਉਸ ਵਾਹਿਗੁਰੂ ਨੇ ਦਿੱਤੇ ਨੇ, ਕੇਸ ਸਾਨੂੰ ਉਸ ਨਿਰੰਕਾਰ ਨੇ ਦਿੱਤੇ ਨੇ। ਜਦੋਂ ਮਾਂ ਦੀ ਕੁੱਖ ਵਿੱਚੋਂ ਮਨੁੱਖ ਜਨਮ ਲੈਂਦਾ ਉਦੋਂ ਕੇਸ ਨਾਲ ਲੈ ਕੇ ਆਉਂਦਾ ਹੈ, ਪਰ ਅਜੀ ਅਸੀਂ ਕੇਸਾਂ ਦਾ ਕਤਲ ਕਰ ਦਿੰਦੇ ਹਾਂ। ਕੇਸ ਗੁਰੂ ਸਾਹਿਬ ਜੀ ਉਸ ਨਿਰੰਕਾਰ ਪਰਮਾਤਮਾ ਨੂੰ ਵੀ ਕੇਸਾਂ ਵਾਲਾ ਦੱਸਦੇ ਨੇ। ਕਿਵੇਂ ਆਪਾਂ ਪੜ੍ਹਨੀ, ਹੁਣ ਬਾਣੀ ਦੀਆਂ ਤੁਕਾਂ ਲਵਾਂਗਾ ਮੈਂ ਨਾਲ ਨਾਲ ਤਾਂ ਸਮਝ ਆਏਗੀ। ਮੇਰੇ ਸਾਹਿਬ ਜੀ ਬਾਣੀ ਪੜ੍ਹਦੇ ਹੋ ਨਾ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਹੁਣ ਕੇਸੋ ਇੱਥੇ ਕਿਹਨੂੰ ਕਿਹਾ? ਕੇਸ਼ਵ। ਕੇਸ਼ਵ ਤੋਂ ਭਾਵ ਸੋਹਣੇ ਕੇਸਾਂ ਵਾਲਾ ਉਹ ਪਰਮਾਤਮਾ ਹੈ। ਜੇ ਆਪਾਂ ਇਸ ਤੁਕ ਦੇ ਅਰਥ ਕਰੀਏ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਇੱਥੇ ਵੀ ਕੇਸੋ ਉਸ ਮਾਲਕ ਨੂੰ ਕਿਹਾ। ਗੋ ਤੋਂ ਹੋ ਗਿਆ ਧਰਤੀ, ਪਾਲ ਹੋ ਗਿਆ ਧਰਤੀ ਦਾ ਪਾਲਣ ਵਾਲਾ, ਕੇਸੋ ਤੋਂ ਹੋ ਗਿਆ ਸੋਹਣੇ ਕੇਸਾਂ ਵਾਲਾ। ਬਈ ਪੰਡਤ ਨੂੰ ਸੱਦੋ, ਕੀ ਕਰੇ? ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਜਿਹੜਾ ਉਹ ਪੁਰਾਣਾ ਦੀ ਉਸ ਵੇਲੇ ਕਥਾਵਾਂ ਚਲਦੀਆਂ ਸਨ, ਉਹ ਵਾਹਿਗੁਰੂ ਦੇ ਗੁਣ ਗਾਵੇ, ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਨੂੰ ਧਿਆਵੇ, ਮਾਨੋ ਕਿ ਉਹੀ ਪੁਰਾਣ ਦੀ ਕਥਾ ਹੈ। ਉਸ ਮਾਲਕ ਦੇ ਗੁਣ ਗਾਉਣੇ। ਕੇਸਾਂ ਕਾ ਕਰ ਬੀਜਣਾ ਸੰਤ ਚਵਰ ਟੁਲਾਵਾਂ। ਹੁਣ ਕੇਸਾਂ ਦਾ ਬੀਜਣਾ ਤੋਂ ਭਾਵ ਹੋ ਗਿਆ ਪੱਖਾ। ਹੁਣ ਇੱਕ ਸਾਰੇ ਸ਼ਬਦ ਜਿਹੜੇ ਨੇ ਕੇਸਾਂ ਦੇ ਨਾਲ ਸੰਬੰਧਿਤ ਨੇ। ਜਦੋਂ ਕੇਸ ਗੁਰੂ ਸਾਹਿਬ ਨੂੰ ਪਤਾ ਕਿੰਨੇ ਪਿਆਰੇ ਲੱਗਦੇ ਨੇ। ਜਦੋਂ ਮਾਂ ਦੀ ਗੋਦੀ ਦੇ ਵਿੱਚ ਬੱਚਾ ਹੁੰਦਾ ਹੈ ਨਾ, ਮੈਂ ਅੰਮ੍ਰਿਤ ਵੇਲੇ ਲੈ ਕੇ ਜਾਣਾ ਇਸ ਨੂੰ, ਗੁਰੂ ਸਾਹਿਬ ਜੀ ਦੀ ਅਸੀਂ ਗੋਦੀ ਦੇ ਵਿੱਚ ਆਉਣਾ। ਕਿਵੇਂ ਆਉਣਾ? ਅੱਜ ਮਾਂ ਦੀ ਗੋਦ ਵਿੱਚ ਜਿਹੜਾ ਬੱਚਾ ਹੈ, ਸਾਰੇ 5 ਹੋਣ ਬੱਚੇ, 6 ਹੋਣ, ਸਾਰੇ ਉਹਨੂੰ ਪਿਆਰੇ ਲੱਗਦੇ ਨੇ। ਕੋਈ ਦੁੱਪਰ ਆਰਾ ਲੱਗਦਾ ਮਾਂ ਨੂੰ, ਸਾਰੇ ਉਹਨੂੰ ਪਿਆਰੇ ਲੱਗਦੇ ਨੇ। ਜਿੰਨੇ ਵੀ ਬੱਚੇ ਮਾਂ ਦੇ ਨੇ 5 ਜਾਂ 6, ਸਾਰੇ ਉਹਨੂੰ ਪਿਆਰੇ ਲੱਗਦੇ ਨੇ। ਪਰ ਜਿਹੜਾ ਗੋਦੀ ਦਾ ਬੱਚਾ ਹੁੰਦਾ ਹੈ ਨਾ, ਉਸ ਨੂੰ ਸਾਰਿਆਂ ਤੋਂ ਲਾਡਲਾ ਲੱਗਦਾ, ਉਹ ਸਾਰਿਆਂ ਤੋਂ ਪਿਆਰਾ ਲੱਗਦਾ ਹੈ। ਹਾਲਾਂਕਿ ਮਲ ਮੂਤਰ ਉਹਦੀ ਗੋਦੀ ਦੇ ਵਿੱਚ ਉਹ ਕਰ ਰਿਹਾ। ਜਦੋਂ ਉਹ ਮਾਂ ਆਪਣੇ ਪੁੱਤਰ ਨੂੰ ਦੁੱਧ ਪਿਆਉਂਦੀ ਹੈ ਨਾ, ਫਿਰ ਕਰਦੀ ਕੀ ਹੈ? ਉਸ ਦੀ ਗੋਦੀ ਦੇ ਵਿੱਚ ਹੋਵੇ, ਉਸ ਦੇ ਕੇਸਾਂ ਦੇ ਵਿੱਚ ਹੱਥ ਫੇਰਨ ਲੱਗ ਪੈਂਦੀ ਹੈ। ਮਾਵਾਂ ਜਿਹੜੀਆਂ ਨੇ ਨਾ, ਅੱਜ ਜਿਹੜਾ ਆਪਣੇ ਬੱਚਿਆਂ ਨੂੰ ਖਿਡਾਉਂਦੀਆਂ ਨੇ, ਅਸੀਂ ਜਿਹੜੇ ਬੱਚਿਆਂ ਨੂੰ ਆਪਣੇ ਹਿੱਕ ਨਾਲ ਲਾਉਂਦੀਆਂ ਨੇ, ਅੱਜ ਤੇ ਅਸੀਂ ਮਾਵਾਂ ਰਹਿ ਹੀ ਨਹੀਂ ਗਈਆਂ। ਮਾਵਾਂ ਨੂੰ ਹੁਣ ਸਮਾਂ ਹੀ ਨਹੀਂ ਹੈਗਾ, ਪਰ ਬਿਊਟੀ ਪਾਰਲਰ ਜਾਣ ਤੋਂ ਨਹੀਂ ਸਮਾਂ ਹੈਗਾ, ਹੈ ਨਾ। ਕੋਈ ਆਫਿਸ ਜਾਣਾ, ਕਿੱਧਰ ਜਾਣਾ, ਨੌਕਰਾਂ ਨੇ ਰੱਖ ਲਈ ਹੈ। ਉਹ ਨੌਕਰ ਨੇ ਜਿਵੇਂ ਜੀ ਉਹਨੂੰ ਸਿੱਖਿਆ ਦੇਣੀ ਹੈ, ਉਵੇਂ ਜੇ ਉਹਨੇ ਬਣਨਾ। ਮਾਵਾਂ ਦੇ ਕੋਲ, ਸਾਡੀਆਂ ਕੋਲ ਸਮਾਂ ਨਹੀਂ ਹੈਗਾ। ਜਨਮ ਦਿੱਤਾ, ਬੱਚੇ ਨੂੰ ਨੌਕਰਾਂ ਦੇ ਹਵਾਲੇ ਕਰ ਦਿੱਤਾ। ਇਸੇ ਕਰਕੇ ਅਸੀਂ ਪਿੱਛੇ ਜਾ ਰਹੇ ਹਾਂ ਸਿੱਖੀ ਵੱਲ। ਸਿੱਖੀ ਦੇ ਮਿਆਰ ਤੋਂ ਅਸੀਂ ਗਿਰਦੇ ਜਾ ਰਹੇ ਹਾਂ, ਸਿੱਖੀ ਦਾ ਮਿਆਰ ਉੱਚਾ ਨਹੀਂ ਜਾ ਰਿਹਾ। ਕਿਉਂਕਿ ਜਿਵੇਂ ਜੇ ਉਸਨੇ ਸਿੱਖਿਆ ਦਿੱਤੀ, ਉਹੋ ਜਿਹੀ ਉਹਦੇ ਕੰਨਾਂ ਦੇ ਵਿੱਚ ਪਈ। ਮਾਂ ਕੀ ਜਦੋਂ ਗੋਦ ਦੇ ਵਿੱਚ ਆਪਣੇ ਬੱਚੇ ਨੂੰ ਲੈਂਦੀ ਹੈ, ਉਹਦੇ ਤੇ ਕਦੀ ਕੇਸਾਂ ਦੇ ਵਿੱਚ ਹੱਥ ਫੇਰਦੀ ਹੈ, ਕਦੇ ਉਸ ਦੇ ਪਿਆਰ ਵਿੱਚ ਬਹੁਤ ਹੀ ਆਈ ਹੋਵੇ ਤੇ ਉਸ ਦਾ ਹੱਥ ਫੜ ਕੇ ਚੁੰਮਦੀ ਹੈ। ਬਹੁਤ ਜਦੋਂ ਪਿਆਰ ਵਿੱਚ ਆਏ ਤੇ ਉਹਦਾ ਕਦੀ ਮੱਥਾ ਫੜ ਕੇ ਮੱਥੇ ਨੂੰ ਚੁੰਮਦੀ ਹੈ। ਤੇ ਜਦੋਂ ਬਹੁਤ ਹੀ ਪਿਆਰ ਵਿੱਚ ਆਵੇ ਨਾ ਮਾਂ, ਕਦੀ ਵੇਖਿਆ ਜੇ ਧਿਆਨ ਦੇ, ਜਿਹੜੀਆਂ ਪੁਰਾਣੀਆਂ ਮਾਤਾਵਾਂ ਨੇ ਨਾ, ਉਹ ਕਰਦੀਆਂ ਸਨ। ਮੈਂ ਆਪਣੀ ਅੱਖੀਂ ਵੇਖਿਆ, ਮਾਤਾਵਾਂ ਗੋਦ ਦੇ ਵਿੱਚ ਲੈ ਕੇ ਬੱਚੇ ਦੇ ਪੈਰਾਂ ਦੇ ਤਲਵਿਆਂ ਨੂੰ ਵੀ ਚੁੰਮਦੀਆਂ ਨੇ। ਮਾਂ ਨੇ ਕੀ ਕੀਤਾ? ਪੈਰ ਬੱਚੇ ਦਾ ਫੜਿਆ, ਉਹਦੇ ਤਲਵੇ ਨੂੰ ਵੀ ਚੁੰਮਿਆ ਕੇਸਾਂ ਦੇ ਵਿੱਚ। ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ। ਜਿਵੇਂ ਇੱਕ ਮਾਂ ਦੇ ਕਿੰਨੇ ਸਾਰੇ ਪੁੱਤਰ ਨੇ, ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਤੇ ਅਦਕ ਪਿਆਰੋ ਸੁੱਤ ਗੋਦ ਕੋ। ਅਦਕ ਤੋਂ ਹੋ ਗਿਆ ਸਭ ਤੋਂ ਜ਼ਿਆਦਾ ਪਿਆਰਾ ਕਿਹੜਾ ਲੱਗਦਾ ਹੈ? ਜਿਹੜਾ ਮਾਂ ਦੀ ਗੋਦੀ ਦੇ ਵਿੱਚ ਬਾਲਕ ਹੋਵੇ। ਸਾਰਿਆਂ ਤੋਂ ਪਿਆਰਾ ਉਹ ਲੱਗਦਾ ਹੈ ਜਿਹੜਾ ਗੁਰੂ ਦੀ ਗੋਦੀ ਦੇ ਵਿੱਚ ਬਾਲਕ ਹੋਵੇ। ਹੁਣ ਗੁਰੂ ਦੀ ਗੋਦੀ ਵਿੱਚ ਆਉਣ ਲਈ ਕਰਨਾ ਕੀ ਪਏਗਾ? ਜੇ ਤੁਸੀਂ ਹੁਣ ਰੋਜ਼ ਅਰਦਾਸ ਵਿੱਚ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਇਹ ਬੋਲਦੇ ਆ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ਼ ਦਿੱਤੇ, ਕਹਿੰਦੇ ਆ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ। ਧਰਮ ਕਿਹੜਾ ਸੀ? ਇਹੋ ਹੀ ਸੀ ਧਰਮ।
ਉਹਨਾਂ ਨੇ ਬੰਦ ਕਟਾਉਣੀ ਆਪਣੇ ਮਨਜ਼ੂਰ ਕਰ ਲਏ, ਖੋਪੜੀ ਲਵਾਉਣੀ ਮਨਜ਼ੂਰ ਕਰ ਲਈ। ਜਦੋਂ ਭਾਈ ਤਾਰੂ ਸਿੰਘ ਕੀ ਸੇਵਾ ਤੇ ਕਰਦੇ ਸਨ, ਆਪਣੇ ਭਰਾਵਾਂ ਦੀ ਜਾ ਕੇ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਲੰਗਰ ਪਕਾ ਕੇ ਦਸਾਂ ਨੌਵਾਂ ਦੀ ਕਿਰਤ ਦੇ ਵਿੱਚੋਂ ਜਦੋਂ ਪਹੁੰਚਾਉਂਦੇ ਨੇ, ਸਮੇਂ ਦੀ ਹਕੂਮਤ ਨੇ ਜਦੋਂ ਕਿਹਾ ਬਾਗੀ ਕਰਾਰ ਦੇ ਕੇ ਫੜ ਲਿਆ ਤੇ ਫਿਰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਤਸੀਹੇ ਦੇਣੇ ਸ਼ੁਰੂ ਕੀਤੇ ਤੇ ਉਹਦੇ ਵਿੱਚ ਜਿਹੜਾ ਗੁਰੂ ਦਾ ਪਿਆਰਾ ਹੁੰਦਾ ਹੈ ਨਾ, ਉਹਨੂੰ ਜਿੰਨਾ ਮਰਜ਼ੀ ਤਨ ਨੂੰ ਤਸੀਹੇ ਦਿੱਤੇ ਜਾਣ, ਉਹ ਕਦੇ ਵੀ ਘਬਰਾਉਂਦਾ ਨਹੀਂ, ਕਿਉਂਕਿ ਉਹ ਸਰੀਰ ਨੂੰ ਇਉਂ ਜਾਣਦਾ ਹੈ ਜਿਵੇਂ ਸਰੀਰ ਵੱਖਰਾ ਹੈ ਤੇ ਕੱਪੜੇ ਵੱਖਰੇ ਨੇ। ਕੱਪੜੇ ਜਿਹੜੇ ਸਰੀਰ ਦੇ ਨੇ ਉਹਨਾਂ ਨੂੰ ਲੀਰੋ ਲੀਰ ਕਰ ਦਿਓ, ਪਰ ਸਰੀਰ ਨੂੰ ਕੋਈ ਟੱਚ ਨਾ ਹੋਵੇ ਤੇ ਕੋਈ ਪੀੜ ਨਹੀਂ ਹੁੰਦੀ। ਇਸੇ ਤਰ੍ਹਾਂ ਜਿਨ੍ਹਾਂ ਦੀ ਆਤਮਾ ਨੂੰ ਕੋਈ ਠੇਸ ਨਾ ਪਹੁੰਚਾ ਸਕੇ, ਉਹ ਕਦੀ ਦੁਖੀ ਨਹੀਂ ਹੁੰਦੇ। ਸਰੀਰ ਨੂੰ ਭਾਵੇਂ ਲੀਰੋ ਲੀਰ ਕਰ ਦੇਣ, ਬੰਦ ਕਰ ਦੇਣ, ਖੋਪੜੀ ਲਵਾ ਦੇਣ। ਜਦੋਂ ਬਹੁਤ ਤਸੀਹੇ ਦਿੱਤੇ ਗਏ ਭਾਈ ਤਾਰੂ ਸਿੰਘ ਜੀ ਨੂੰ ਤੇ ਈਨ ਮਨਾਉਣ ਦੀ ਗੱਲ ਕੀਤੀ ਗਈ, ਤੇ ਨਾਲ ਨੇ ਦੱਸਣ ਵਾਲੇ ਨੇ ਕਿਸੇ ਨੇ ਦੱਸਿਆ ਵੀ ਇਹ ਇਸ ਤਰ੍ਹਾਂ ਦੁਖੀ ਨਹੀਂ ਹੁੰਦੇ, ਇਹ ਦੁਖੀ ਉਦੋਂ ਹੁੰਦੇ ਨੇ ਜਦੋਂ ਇਹਨਾਂ ਦੇ ਸਿਰ ਦੇ ਜਿਹੜੇ ਕੇਸ ਕਤਲ ਕਰ ਦਿੱਤੇ ਜਾਣ। ਸਿਰ ਦੇ ਕੇਸ ਕਤਲ ਕਰ ਦਿਓ, ਇਹ ਜਿਉਂਦੇ ਹੀ ਮਰ ਜਾਂਦੇ ਨੇ। ਜੇ ਇਹਨਾਂ ਦੇ ਕੇਸ ਕਤਲ ਕਰ ਦਿਓਗੇ ਜਿਉਂਦੇ ਹੀ ਮਰ ਜਾਣਗੇ, ਆਪਣੇ ਆਪ ਨੂੰ ਜਿਉਂਦੇ ਹੀ ਮਹਿਸੂਸ ਕਰਦੇ ਨੇ ਕਿ ਮਰ ਗਏ ਆ, ਹੁਣ ਕੁਛ ਨਹੀਂ ਸਾਡੇ ਪੱਲੇ ਵਿੱਚ ਰਿਹਾ। ਤੇ ਭਾਈ ਤਾਰੂ ਸਿੰਘ ਦੇ ਇਤਿਹਾਸਕਾਰ ਕਹਿੰਦੇ ਨੇ ਵੀ ਕੇਸ ਜਦੋਂ ਕਤਲ ਕਰਨ ਲੱਗੇ, ਹੁਣ ਕਈਆਂ ਨੇ ਤੇ ਸੁਣਾ ਦਿੱਤਾ ਇਸ ਤਰ੍ਹਾਂ, ਧਿਆਨ ਦਿਆ ਜੇ ਵੀ ਉਹਨਾਂ ਦੇ ਕੇਸ ਜਿਹੜੇ ਸਨ ਉਹ ਤਾਰਾਂ ਬਣ ਕੇ ਕੱਟੇ ਨਹੀਂ ਗਏ। ਨਹੀਂ, ਐਸਾ ਕੁਝ ਨਹੀਂ। ਜੇ ਕੇਸ ਤਾਰਾਂ ਬਣ ਜਾਂਦੇ, ਨਾ ਕਤਲ ਕੀਤੇ ਜਾਂਦੇ, ਤੇ ਫਿਰ ਜਿਹੜੀ ਖੋਪੜੀ ਸੀ ਉਹ ਵੀ ਲੋਹੇ ਦੀ ਬਣ ਜਾਂਦੀ, ਉਹ ਵੀ ਨਾ ਲੈਂਦੀ। ਐਸਾ ਕੁਛ ਨਹੀਂ। ਪਰ ਭਾਈ ਤਾਰੂ ਸਿੰਘ ਨੂੰ ਪੁੱਛਿਆ ਗਿਆ ਬਈ ਕੀ ਕੀਤਾ ਜਾਵੇ, ਉਹਨੇ ਕਿਹਾ ਕੇਸ ਮੇਰੇ ਨਹੀਂ, ਕੇਸ ਮੇਰੇ ਗੁਰੂ ਦੀ ਮੋਹਰ ਨੇ। ਕੇਸ ਮੇਰੇ ਨਹੀਂ, ਕੇਸ ਮੇਰੇ ਗੁਰੂ ਦੀ ਮੋਹਰ ਨੇ। ਕੇਸਾਂ ਨੂੰ ਕਤਲ ਨਾ ਕਰੋ। ਕਿਆ ਫਿਰ? ਕਿਆ ਖੋਪੜੀ ਲਾ ਦਿਓ। ਤੇ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਦਿੱਤੀ, ਪਰ ਕੇਸ ਨਹੀਂ ਕਤਲ ਕਰਵਾਏ। ਅੱਜ ਆਪਾਂ ਉਹਨਾਂ ਦੇ ਕੇਸਾਂ ਦੇ ਨਾਲ ਜਦੋਂ ਇਹ ਸੰਬੰਧਿਤ ਆਉਂਦਾ ਹੈ ਤੇ ਆਪਾਂ ਇਹ ਸਾਰੀ ਗੱਲ ਨੂੰ ਧਿਆਨ ਦੇ ਵਿੱਚ ਲਿਆ ਜੀ। ਅਸੀਂ ਰੋਜ਼ ਹੀ ਅਰਦਾਸ ਦੇ ਵਿੱਚ ਭਾਈ ਤਾਰੂ ਸਿੰਘ ਦਾ ਨਾਂ ਲੈਂਦੇ ਹਾਂ। ਖੋਪੜੀ ਲਵਾਈ ਜਦੋਂ ਕਹਿੰਦੇ ਆ ਨਾ, ਉਦੋਂ ਭਾਈ ਤਾਰੂ ਸਿੰਘ ਵੱਲੇ ਸਾਡਾ ਧਿਆਨ ਜਾਏ। ਬੰਦ ਕਟਾਉਣ ਦੀ ਜਦੋਂ ਗੱਲ ਆਏ, ਉਦੋਂ ਭਾਈ ਮਨੀ ਸਿੰਘ ਵੱਲੇ ਚਲੇ ਜਾਏ। ਆਰੇ ਨਾਲ ਚੀਰਨ ਦੀ ਜਦੋਂ ਗੱਲ ਆਈ, ਉਦੋਂ ਭਾਈ ਤਾਰੂ ਆਪਣੇ ਭਾਈ ਮਤੀ ਦਾਸ ਜੀ ਵੱਲ ਖਿਆਲ ਸਾਡਾ ਚਲੇ ਜਾਏ, ਜਿੱਥੇ ਆਪਾਂ ਰੋਜ਼ ਸੀਚਗੰਜ ਜਾਂਦੇ ਹਾਂ ਮੱਥਾ ਟੇਕਣ। ਕਹਿਣ ਤੋਂ ਭਾਵ ਹੈ ਕੇਸ ਗੁਰੂ ਦੀ ਮੋਹਰ ਹੈ। ਜੇ ਕੇਸ ਹਨ ਤੇ ਫਿਰ ਗੁਰੂ ਘਰ ਦੇ ਵਿੱਚ ਅਸੀਂ ਪਰਵਾਣੇ ਜਾਵਾਂਗੇ। ਅਸੀਂ ਕੇਸਾਂ ਦਾ ਕਤਲ ਕਰਦੇ ਹਾਂ, ਪਰ ਜਿਹੜਾ ਅਸੀਂ ਰੋਜ਼ ਸ਼ਬਦ ਇਹ ਪੜ੍ਹਦੇ ਹਾਂ, ਤੇਰੇ ਬੰਕੇ ਲੋਇਣ, ਕਹਿੰਦੇ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਜਿਨ ਲੰਮੜੇ ਵਾਲਾ ਤਾਂ ਹੋ ਗਿਆ ਲੰਮੇ ਜਿਨ੍ਹਾਂ ਦੇ ਕੇਸ ਨੇ। ਮੈਂ ਅੱਜ ਭੈਣਾਂ ਵੱਲੇ, ਸਾਡੀਆਂ ਮਾਤਾਵਾਂ ਵੱਲੇ ਵੀ ਮੈਂ ਆਵਾਂਗਾ, ਕਿਉਂਕਿ ਬਾਣੀ ਕਹਿੰਦੀ ਹੈ। ਅਸੀਂ ਕਈ ਵਾਰ ਸਾਨੂੰ ਸਵਾਲ ਹੁੰਦਾ ਵੀ ਵੀਰਾਂ ਵੱਲੇ ਕਹਿੰਦੇ ਨੇ ਵੀ ਤੁਸੀਂ ਦਾੜੇ ਨਾ ਕਤਲ ਕਰਾਓ, ਤੁਸੀਂ ਕੇਸ ਕਤਲ ਨਾ ਕਰਾਓ। ਤੇਰੇ ਬੰਕੇ ਲੋਇਣ, ਕਿਆ ਤੇਰੇ ਜਿਹੜੇ ਲੋਇਣ ਨੇ, ਨੇਤਰ ਜਿਹੜੇ ਨੇ ਬੜੇ ਸੁੰਦਰ ਨੇ। ਨੱਕ, ਜੇ ਸਾਡੇ ਮੂੰਹ ਦੇ ਉੱਤੇ ਨੱਕ ਹੈ ਨਾ, ਜੇ ਪ੍ਰੈਸ ਕੀਤੀ ਹੋਵੇ ਤੇ ਸਾਡਾ ਚਿਹਰਾ ਕਿਵੇਂ ਜਿਹਾ ਲੱਗੇਗਾ? ਕਰੂਪ ਜਿਹਾ ਲੱਗੇਗਾ। ਜੇ ਨੱਕ ਵੱਢ ਦਿੱਤੀ ਜਾਵੇ ਤੇ ਕਿਵੇਂ ਜਿਹਾ ਲੱਗੇਗਾ? ਤੇ ਗੁਰੂ ਪਿਆਰਿਓ, ਜੇ ਸਾਡੇ ਇੱਕ ਸਰੀਰ ਦਾ ਜਿੰਨੇ ਸਾਨੂੰ ਉਸ ਮਾਲਕ ਨੇ ਅੰਗ ਦਿੱਤੇ ਨੇ, ਜੇ ਹੱਥ ਕੱਟ ਦਿੱਤਾ ਜਾਵੇ ਜਾਂ ਜਨਮ ਤੋਂ ਹੀ ਹੱਥ ਨਾ ਹੋਵੇ ਤੇ ਆਪਾਂ ਕਹਿੰਦੇ ਹਾਂ ਫਲਾਣਾ ਲੁੰਝਾ ਏ। ਜਨਮ ਤੋਂ ਹੀ ਸਾਡੇ ਕੋਈ ਸਰੀਰ ਦੇ ਅੰਗ ਪੈਰ ਨਾ ਹੋਣ ਤੇ ਅਸੀਂ ਉਹਨੂੰ ਲੂਲਾ ਪਿੰਗਲਾ ਕਹਿ ਦਿੰਦੇ ਹਾਂ। ਤੇ ਜੇ ਨੱਕ ਨਾ ਹੋਵੇ ਤੇ ਅਸੀਂ ਕਰੂਪ ਕਰਕੇ ਉਹਨੂੰ ਵੇਖਨੇ ਆ। ਗੁਰੂ ਪਿਆਰਿਓ, ਜੇ ਅਸੀਂ ਇਸ ਸਰੀਰ ਦਾ ਇੱਕ ਅੰਗ ਕੱਟ ਦਈਏ ਤੇ ਅਸੀਂ ਕਰੂਪ ਹੋ ਜਾਂਦੇ ਹਾਂ, ਕੋਝੇ ਹੋ ਜਾਂਦੇ ਹਾਂ। ਜੇ ਇਸ ਜਿਹੜੇ ਸਿਰ ਤੇ ਸਾਡੇ ਕੇਸ ਨੇ ਨਾ, ਜੇ ਇਹਨਾਂ ਦਾ ਵੀ ਕਤਲ ਕਰ ਦੇਵਾਂਗੇ, ਇਹ ਵੀ ਸਾਡੇ ਇੱਕ ਸਰੀਰ ਦੇ ਅੰਗ ਨੇ, ਅਸੀਂ ਗੁਰੂ ਘਰ ਵੱਲੋਂ, ਗੁਰੂ ਵੱਲੋਂ ਕੋਝੇ ਹੋ ਜਾਵਾਂਗੇ, ਗੁਰੂ ਵੱਲੋਂ ਕਰੂਪ ਹੋ ਜਾਵਾਂਗੇ। ਜਿਵੇਂ ਇੱਕ ਮਨੁੱਖ ਕਰੂਪ ਨੂੰ ਵੇਖ ਕੇ ਰਾਜੀ ਨਹੀਂ, ਵੇਖਦਾ ਕੀ ਹੈ? ਰੂਪ ਨੂੰ ਵੇਖਦਾ ਹੈ, ਕਰੂਪ ਨੂੰ ਵੇਖਦਾ ਨਹੀਂ।
ਇਸੇ ਤਰ੍ਹਾਂ ਗੁਰੂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਘਰ ਅਸੀਂ ਕੋਝੇ ਹੋ ਜਾਾਂਗੇ ਜਦੋਂ ਕਿਸੇ ਕੇਸ ਕਤਲ ਕਰਾਂਗੇ। ਕੇਸ ਕਤਲ ਕਰ ਦਿੱਤੇ ਤੇ ਗੁਰੂ ਸਾਹਿਬ ਜੀ ਸਾਡੇ ਵੱਲੇ ਵੇਖਣਗੇ ਅਸੀਂ ਗੁਰੂ ਘਰ ਵੱਲੋਂ ਕੋਝੇ ਹੋ ਗਏ, ਕਰੂਪ ਹੋ ਗਏ। ਕੇਸ ਇੱਕ ਸਾਡੇ ਸਰੀਰ ਦਾ ਇੱਕ ਅੰਗ ਹੈ। ਤੇ ਮੈਂ ਪੜ੍ਹਿਆ, ਤੇਰੇ ਬੰਕੇ ਲੋਇਣ ਕਿਆ ਦੰਤਰ ਛਾਲਾ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਜਿਸ ਦੇ ਲੰਮੇ ਲੰਮੇ ਕੇਸ ਨੇ। ਤੇ ਅੱਜ ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਨੇ, ਵੇਖੋ ਇਹ ਲੰਮੇ ਕੇਸ ਕਈ ਪ੍ਰਕਾਰ ਦੇ ਸ਼ੈਂਪੂ ਵਰਤਦੇ ਨੇ ਸਾਡੇ ਲੰਮੇ ਕੇਸ ਹੋ ਜਾਣ, ਨਹੀਂ ਤੇ ਬਾਜ਼ਾਰੋਂ ਕੇਸ ਲੈ ਕੇ ਮੁੱਲ ਇਹ ਆਪਣੇ ਪਾਉਂਦੀਆਂ ਨੇ। ਪਰ ਜਿਹੜੀਆਂ ਅੱਜ ਕੇਸ ਕਤਲ ਕਰ ਦੇਣਦੀਆਂ ਨੇ ਭੈਣਾਂ ਸਾਡੀਆਂ, ਜਿਨ ਸਿਰ ਸੋਹਣ ਪੱਟੀਆਂ, ਜਿਨ ਸਿਰ ਸੋਹਣ ਪੱਟੀਆਂ ਕਿਆ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ। ਜਦੋਂ ਇਹਨਾਂ ਬਾਅਦ ਵਿੱਚ ਬਾਬਰ ਚੜ੍ਹ ਕੇ ਆਇਆ ਨਾ, ਤੇ ਬਾਬਰ ਬਾਣੀ ਪੜ੍ਹ ਕੇ ਵੇਖੋ ਬਾਬਰ ਨੇ ਕੀਤਾ ਕੀ, ਉਸ ਦਰਵਾਣੇ ਨੇ, ਉਸ ਹੁਕਮਰਾਨ ਹਾਕਮ ਨੇ ਕੀਤਾ ਕਿ ਜਦੋਂ ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਉਹਨਾਂ ਦੇ ਗਲਾਂ ਦੇ ਵਿੱਚ ਫਾਹੀਆਂ ਪਾ ਦਿੱਤੀਆਂ, ਸਿਲਕਾਂ ਤੋਂ ਭਾਵ ਹੈ ਫਾਹੀਆਂ। ਜਿਨ ਸਿਰ ਸੋਹਣ ਪੱਟੀਆਂ, ਪੱਟੀਆਂ ਤੋਂ ਭਾਵ ਹੈ ਦੋ ਪਾਸੇ ਸਿਰ ਵਾਹ ਕੇ। ਤੇ ਪਤੀਵ੍ਰਤਾ ਜਿਹੜੀ ਇਸਤਰੀ ਹੈ ਸੁਹਾਗਣ, ਉਹ ਸੰਧੂਰ ਪਾਉਂਦੀ ਹੈ। ਸੇ ਸਿਰ ਕਾਤੀ ਮੁੰਨੀਅਨ, ਉਹਨੇ ਪਾਪੀ ਨੇ ਕੀ ਕੀਤਾ, ਉਹਨਾਂ ਨੇ ਇਸਤਰੀਆਂ ਦੇ ਆ ਕੇ ਸਿਰ ਮੁੰਨ ਦਿੱਤੇ। ਤੇ ਜਦੋਂ ਸਿਰ ਮੁੰਨੇ, ਸੇ ਸਿਰ ਕਾਤੀ ਮੁੰਨੀਅਨ, ਕਾਤੀਆਂ ਤੋਂ ਭਾਵ ਹੈ ਕੈਂਚੀ, ਕੈਂਚੀ ਨਾਲ ਕੱਢ ਦਿੱਤੇ, ਕੇਸ ਕਤਲ ਕਰ ਦਿੱਤੇ। ਤੇ ਬਾਬਰ ਨੇ ਕੀ ਕਿਹਾ ਸੀ, ਬਾਬਰ ਕਹਿੰਦਾ ਹੈ, ਜਦੋਂ ਸਾਹਿਬਾਂ ਨੇ ਉਸ ਬਾਬਰ ਨੂੰ ਕੀ ਕਿਹਾ, ਜਦੋਂ ਕਤਲ ਕਰ ਦਿੱਤੇ ਨਾ ਕੇਸ ਅਵਲਾਂ ਦੇ, ਤੇ ਬਾਬਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਬਰ ਕਿਹਾ ਸੀ, ਜਾਬਰ ਹੈ ਤੂੰ ਅਵਲਾਂ ਇਸਤਰੀਆਂ ਦੇ ਕੇਸ ਕਤਲ ਕਰ ਦਿੱਤੇ ਨੇ, ਵਾਲ ਕਤਲ ਕਰ ਦਿੱਤੇ ਨੇ, ਬਾਬਰ ਤੂੰ ਜਾਬਰ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ। ਤੇ ਅੱਜ ਧਿਆਨ ਦੇ ਆ ਜੇ, ਅੱਜ ਅਸੀਂ ਥਾਂ ਥਾਂ ਦੇ ਬਾਬਰ ਬਣ ਕੇ ਬੈਠੇ ਆ। ਉਦੋਂ ਤੇ ਇੱਕ ਬਾਬਰ ਸੀ ਜਿਹੜਾ ਕੇਸ ਕਤਲ ਕਰਦਾ ਪਿਆ ਸੀ, ਅੱਜ ਅਸੀਂ ਬਿਊਟੀ ਪਾਰਲਰ ਖੋਲ ਕੇ ਬੈਠੇ ਆ ਤੇ ਬਾਬਰ ਨਹੀਂ। ਅਸੀਂ ਤੇ ਉਹਨਾਂ ਬਾਬਰਾਂ ਦੇ ਕੋਲ ਆਪ ਜਾ ਕੇ ਕੇਸ ਕਤਲ ਕਰਾਉਨੇ ਆ, ਆਪ ਜਾ ਕੇ ਆਪਣੇ ਰੋਮਾਂ ਦੀ ਬੇਅਦਬੀ ਕਰਾਉਨੇ ਆ। ਤੇ ਫਿਰ ਨਾਲੇ ਬਾਣੀ ਪੜ੍ਹਦੇ ਪਿਆ, ਗੁਰਮੁਖ ਰੋਮ ਰੋਮ ਧਿਆਵੈ। ਰੋਮ ਤੇ ਅਸੀਂ ਛੱਡੇ ਹੀ ਨਹੀਂ, ਕੇਸ ਤੇ ਅਸੀਂ ਛੱਡੇ ਹੀ ਨਹੀਂ, ਰੋਮਾਂ ਦੀ ਤੇ ਅਸੀਂ ਆਪ ਬੇਅਦਬੀ ਕਰ ਰਹੇ ਆ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਇਸਤਰੀ ਦੇ ਕੇਸ ਕਤਲ ਕਰ ਦੇਣਾ ਮਾਨੋ ਕਿ ਮਹਾ ਪਾਪ ਹੈ, ਵੱਡਾ ਪਾਪ ਹੈ। ਤੇ ਜੋ ਆਪ ਜਾ ਕੇ ਆਪਣੇ ਕੇਸ ਕਤਲ ਕਰਾ ਦੇਵੇ, ਵੇਖੋ ਜੇ ਭੇਡ ਦੀ ਉੱਨ ਲਾਉਣੀ ਹੋਵੇ ਨਾ, ਭੇਡ ਦੀ ਉੱਨ ਲਾਉਣੀ ਹੋਵੇ ਤੇ ਪਤਾ ਉਹਨੂੰ ਕੀ ਕਰਦੇ ਨੇ, ਉਹਦੇ ਅਗਲੇ ਪਿਛਲੇ ਪੈਰ ਬੰਨ ਕੇ ਧਰਤੀ ਤੋਂ ਸੁੱਟਦੇ ਨੇ, ਫਿਰ ਉਹਦੇ ਉੱਨ ਲਾਈ ਜਾਂਦੀ ਹੈ। ਪਰ ਜਿਹੜਾ ਕੇਸ ਕਤਲ ਕਰਾਉਣ ਵਾਲਾ, ਉਹ ਬਾਬਰ ਦੇ ਕੋਲ ਜਾ ਕੇ ਆਪ ਜਾ ਕੇ ਬਹਿ ਕੇ ਆਪਣੇ ਕੇਸ ਕਤਲ ਕਰਾ ਆਵੇ, ਫਿਰ ਉਹਦਾ ਕੀ ਇਲਾਜ ਹੋ ਸਕੇ। ਜੇ ਮਾਂ ਹੀ ਆਪਣੇ ਪੁੱਤਰ ਨੂੰ ਵਿਆਹ ਦੇਣ ਲੱਗੇ, ਜੇ ਜਿਹੜਾ ਮਲਾਹ ਹੈ, ਜੇ ਬੇੜੀ ਨੂੰ ਉਹੀ ਡੋਬਣ ਤੇ ਆ ਜਾਵੇ, ਤੇ ਜੇ ਅਸੀਂ ਆਪਣੇ ਆਪ ਆਪਣੇ ਕੇਸ ਕਤਲ ਕਰਾਵਾਂਗੇ ਤੇ ਫਿਰ ਸਾਡਾ ਬਚਾਅ ਕਿਵੇਂ ਹੋ ਸਕਦਾ। ਕੋਈ ਛੱਤ ਤੇ ਚੜ੍ਹ ਕੇ ਥੱਲੇ ਛਾਲ ਮਾਰ ਦੇਵੇ ਤੇ ਉਹਨੂੰ ਕੌਣ ਬਚਾ ਸਕਦਾ। ਗੁਰੂ ਪਿਆਰਿਓ, ਅਸੀਂ ਸਿਰਫ ਇਹੋ ਹੀ ਕਰ ਰਹੇ ਹਾਂ। ਅਸੀਂ ਬਾਬਰ ਨੂੰ ਜਾਬਰ ਤੇ ਨਹੀਂ ਕਿਹਾ, ਅਸੀਂ ਆਪ ਹੀ ਬਾਬਰ ਬਣ ਗਏ ਤੇ ਬਾਬਰ ਦੇ ਕੋਲ ਆਪ ਹੀ ਤੁਰ ਕੇ ਜਾ ਰਹੇ ਹਾਂ, ਆਪਣੇ ਕੇਸਾਂ ਦਾ ਕਤਲ ਕਰਾ ਰਹੇ ਹਾਂ। ਪਰ ਨਾਲੇ ਬਾਣੀ ਰੋਜ਼ ਹੀ ਪੜ੍ਹਦੇ ਹਾਂ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਭੂ ਕੇ ਸੁਨੇ ਪੁਕਾਰ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਨਾ, ਤੇ ਗੁਰੂ ਸਾਹਿਬ ਜੀ ਦੇ ਇੱਕ ਰਹਿਤਨਾਮਾ ਪੜ੍ਹਦੇ ਹੋਗੇ, ਤੁਸੀਂ ਸੁਣਿਆ ਵੀ ਹੋਵੇਗਾ, ਬਿਨਾ ਸ਼ਸਤਰੰ ਕਿਆ ਕੇਸੰ ਨਰੰਗ ਭੇਡ ਜਾਣੋ। ਨਰੰਗ ਤੋਂ ਹੋ ਗਿਆ ਮਨੁੱਖ ਜਿਸ ਦੇ ਸਿਰ ਦੇ ਉੱਤੇ ਕੇਸ ਨਹੀਂ, ਜਿਹੜਾ ਸ਼ਸਤਰ ਧਾਰੀ ਨਹੀਂ। ਭੇਡ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ। ਜਿਵੇਂ ਭੇਡ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਵੋ, ਮੇਰੇ ਸਾਹਿਬ ਜੀ ਕਹਿੰਦੇ ਬਿਨਾ ਸ਼ਸਤਰੰ ਕੇਸੰ ਨਰੰਗ ਭੇਡ ਜਾਨੋ, ਗਹੇ ਕਾਨ ਤਾਂ ਕੇ ਕਿਤੇ ਲਿਓ ਸਿਧਾਨੋ। ਕਿਆ ਇਹ ਮੋਰ ਆਗਿਆ ਸੁਨੋ ਲੈ ਪਿਆਰੇ, ਬਿਨਾ ਤੇਗੰ ਕੇਸੰ ਦੇਵੋ ਨਾ ਦਿਦਾਰੇ। ਜੇ ਤੇਰੇ ਸਿਰ ਤੇ ਕੇਸ ਨਹੀਂ
ਜੇ ਤੂੰ ਤੇਗ ਦਾ ਧਾਰਨੀ ਨਹੀਂ, ਬਾਣੀ ਤੇ ਬਾਣੇ ਦਾ ਧਾਰਨੀ ਨਹੀਂ, ਨਾ ਬਾਣੀ ਨਾਲ ਜੁੜਿਆ ਨਾ ਬਾਣੇ ਨਾਲ ਜੁੜਿਆ। ਕਿਸੇ ਨੇ ਕਿਹਾ ਵੀ ਸਿੱਖਾਂ ਨੂੰ ਮਾਰਨਾ ਹੋਵੇ, ਇਹ ਲੰਮੇ ਲੰਮੇ ਵਾਲਾਂ ਵਾਲਿਆਂ ਨੂੰ, ਆ ਜਦੋਂ ਦਰਾ ਖੈਬਰਾਂ ਤੋਂ ਨਿਕਲਦੇ ਸਨ ਹੁਕਮਰਾਨ ਹਾਕਮ ਜਰਵਾਣੇ, ਹਿੰਦੁਸਤਾਨ ਨੂੰ ਲੁੱਟ-ਪੁੱਟ ਕੇ ਲੈ ਜਾਂਦੇ ਸਨ, ਚੰਗੀਆਂ ਵਸਤੂਆਂ ਲੁੱਟ ਕੇ ਲੈ ਜਾਂਦੇ ਸਨ, ਧੀਆਂ ਬਹੂਆਂ ਨੂੰ ਲੈ ਜਾਂਦੇ ਸਨ, ਤੇ ਸਾਡੇ ਵੀਰ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਨ, ਜਿਨ੍ਹਾਂ ਨੂੰ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਛਕਾਉਂਦੇ ਸਨ ਜਾ ਕੇ, ਉਹ ਫਿਰ ਜੰਗਲਾਂ ਵਿੱਚੋਂ ਨਿਕਲਦੇ ਸਨ। ਉਹ ਘੋੜਿਆਂ ਤੇ ਸਵਾਰ ਹੋ ਕੇ ਨਿਕਲਦੇ ਸਨ, ਹਿੰਦੁਸਤਾਨ ਦੀਆਂ ਬਹੂਆਂ ਬੇਟੀਆਂ ਦੀ ਪੱਤ ਬਚਾਉਂਦੇ, ਉਹਨਾਂ ਨੂੰ ਫਿਰ ਆਪੋ ਆਪਣੀ ਘਰੋਂ ਘਰੀ ਪਹੁੰਚਾ ਦਿੰਦੇ ਸਨ। ਤੇ ਹਿੰਦੁਸਤਾਨ ਦੀ ਉਦੋਂ ਇੱਕ ਰਵਾਇਤ ਚੱਲਦੀ ਸੀ, ਉਹ ਜਿਹਨਾਂ ਦੇ ਘਰੋਂ ਇਹ ਧੀਆਂ ਜਾਂਦੀਆਂ ਸਨ, ਉਹ ਆਪਣੇ ਘਰੋਂ ਵਾਪਸ ਨਹੀਂ ਸੀ ਰੱਖਦੇ। ਵਾਪਸ ਕਿਉਂ ਨਹੀਂ ਸੀ ਰੱਖਦੇ? ਕਹਿੰਦੇ ਸੀ ਇਹ ਪਤਤ ਹੋ ਗਈਆਂ ਨੇ, ਇਹ ਘਰ ਰੱਖਣ ਦੇ ਯੋਗ ਨਹੀਂ, ਇਹਨਾਂ ਨੂੰ ਦਾਸੀਆਂ ਬਣਾ ਦਿਓ। ਉਹਨਾਂ ਨੂੰ ਨਾ ਮੰਦਰਾਂ ਤੇ ਚੜਾ ਦਿੱਤਾ ਜਾਂਦਾ, ਦੇਵਦਾਸੀਆਂ ਬਣ ਗਈਆਂ। ਉਹ ਦੇਵਦਾਸੀਆਂ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇੱਕ ਬਖਸ਼ਿਸ਼ ਹੈ, ਜਿਨ੍ਹਾਂ ਨੂੰ ਭਾਈ ਤਾਰੂ ਸਿੰਘ ਜੀ ਜਾ ਕੇ ਜੰਗਲਾਂ ਦੇ ਵਿੱਚ ਪ੍ਰਸ਼ਾਦਾ ਛਕਾਉਂਦੇ ਸਨ, ਲੰਗਰ ਤਿਆਰ ਕਰਕੇ ਛਕਾਉਂਦੇ ਸਨ। ਉਹ ਸਿੰਘ ਨਿਕਲਦੇ ਸਨ ਤੇ ਹਿੰਦੁਸਤਾਨ ਦੀ ਰੁਲਦੀ ਹੋਈ ਪੱਤ ਨੂੰ, ਰੁਲਦੀ ਹੋਈ ਧੀਆਂ ਦੀ ਇੱਜ਼ਤ ਨੂੰ, ਉਸ ਨੂੰ ਬਰਕਰਾਰ ਰੱਖ ਕੇ ਘਰੋਂ ਘਰੀ ਪਹੁੰਚਾ ਦਿਆ ਕਰਦੇ ਸਨ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਫੜ ਕੇ ਸਿਪਾਹੀ ਲੈ ਕੇ ਸਮੇਂ ਦੀ ਹਕੂਮਤ ਦੇ ਕੋਲ ਲਿਜਾਣ ਲੱਗੇ, ਤੇ ਉਸ ਦੀ ਮਾਤਾ ਤੇ ਉਸ ਦੀ ਭੈਣ ਨੇ ਕਿਹਾ ਸੀ, ਮਾਂ ਨੇ ਕਿਹਾ, ਪੁੱਤਰ ਤਾਰੂ, ਤੇਰੇ ਜਿਹੜੇ ਕੇਸ ਦੁੱਧ ਮਲਾਈਆਂ ਮੱਖਣ ਪਾ ਕੇ ਝੱਸ ਕੇ ਤੇ ਦਹੀਆਂ ਦੇ ਨਾਲ ਮੈਂ ਇਸ ਨੂੰ ਪਾਲਿਆ, ਤੇਰੇ ਤਨ ਦੇ ਨਾਲੋਂ ਮੈਂ ਤੇਰੇ ਕੇਸਾਂ ਨੂੰ ਚੰਗੀ ਤਰ੍ਹਾਂ ਪਾਲਿਆ। ਤਨ ਨਾਲੋਂ ਮੈਂ ਕੇਸਾਂ ਨੂੰ ਕਿਉਂ ਪਾਲਿਆ? ਇਹ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੋਹਰ ਹੈ। ਸਰੀਰ ਦੇ ਨਾਲੋਂ ਮੈਂ ਤੇਰੇ ਕੇਸਾਂ ਨੂੰ ਦਹੀਆਂ ਪਾ ਪਾ ਕੇ ਪਾਲਿਆ ਏ। ਮੈਨੂੰ ਤੇਰੇ ਸ਼ਹੀਦ ਹੋ ਜਾਣ ਦੀ ਤੇ ਖਬਰ ਆਵੇ, ਪਰ ਤੇਰੇ ਕੇਸ ਕਤਲ ਹੋ ਜਾਣ ਦੀ ਖਬਰ ਨਾ ਆਵੇ। ਅੱਜ ਕੋਈ ਮਾਂ ਇਹੋ ਜਿਹੀ ਆਪਣੇ ਬੱਚੇ ਨੂੰ ਕਹਿੰਦੀ ਹੈ? ਅੱਜ ਅਸੀਂ, ਸਾਡੀਆਂ ਮਾਤਾਵਾਂ ਨੇ ਇਹ ਕਿਹਾ ਵੀ ਪੁੱਤਰ ਤੇਰੀ ਸ਼ਹੀਦ ਤੇ ਹੋ ਜਾਵੇਂ, ਪਰ ਤੇਰੇ ਕੇਸ ਕਤਲ ਨਾ ਹੋਣ। ਜੇ ਸਾਡੇ ਬੱਚੇ ਅੱਜ ਕੋਈ ਕੇਸ ਕਤਲ ਕਰਾ ਕੇ ਆ ਜਾਣ ਤੇ ਅਸੀਂ ਗੱਲ ਵਕੜੀ ਵਿੱਚ ਲੈ ਲੈਂਦੇ ਹਾਂ। ਅਸੀਂ ਉਹਨਾਂ ਨਾਲ ਪਿਆਰ ਕਰਦੇ ਹਾਂ, ਚੱਲ ਵੀ ਕੀ ਫੈਸ਼ਨ ਹੈ, ਮਾਡਲ ਜ਼ਮਾਨਾ ਹੈ, ਨਿਆਣੇ ਨੇ ਕਰ ਲਿਆ ਤੇ ਕੀ ਕਰ ਲਿਆ। ਪਰ ਇਹ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹੱਥੋਂ ਡਿੱਗ ਪਿਆ, ਉਹਦੀ ਝੋਲੀ ਦੇ ਵਿੱਚੋਂ ਨਿਕਲ ਗਿਆ, ਉਹਦੀ ਗੋਦੀ ਵਿੱਚੋਂ ਬਾਹਰ ਨਿਕਲ ਗਿਆ। ਜੇ ਅੱਜ ਉਹ ਆਪਣੇ ਗੁਰੂ ਦਾ ਨਹੀਂ ਨਾ ਬਣਿਆ, ਤੇ ਸਮਾਂ ਆਏਗਾ ਕਦੀ ਮਾਪਿਆਂ ਦਾ ਵੀ ਨਹੀਂ ਬਣੇਗਾ। ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਐਡੀਆਂ ਸਰਦਾਰੀਆਂ ਦਿੱਤੀਆਂ, ਜਿਨ੍ਹਾਂ ਦੇ ਪ੍ਰਥਾਏ ਅਸੀਂ ਰੋਜ਼ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਫਿਰ ਕਹਿੰਦੇ ਆ ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਤੇ ਰੋਜ਼ ਕਹਿੰਦੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਹੁਣ ਜਿੱਥੇ ਸਵਾਸਾਂ ਦੀ ਕੀਮਤ ਹੈ ਨਾ, ਇਹ ਦੇਖੋ ਇਹਨਾਂ ਦੋਵਾਂ ਨੂੰ ਇਕੱਠਾ ਕਰ ਦਿੱਤਾ ਨਾ, ਸਿੱਖੀ ਕੇਸਾਂ ਤੇ ਸਵਾਸਾਂ ਨੂੰ। ਸਵਾਸ ਜਿਹੜੇ ਸਾਡੇ ਤਨ ਵਿੱਚ ਚੱਲ ਰਹੇ ਨੇ, ਜਿੱਥੇ ਸਵਾਸ ਖਤਮ ਹੋ ਜਾਣ ਤੇ ਸਰੀਰ ਮਿੱਟੀ ਹੋ ਜਾਂਦਾ। ਇੱਥੇ ਕੇਸਾਂ ਨੂੰ ਤੇ ਸਵਾਸਾਂ ਨੂੰ ਦੋਵਾਂ ਨੂੰ ਇਕੱਤਰ ਕਰ ਦਿੱਤਾ, ਇਕੱਠਾ ਕਰ ਦਿੱਤਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਕਿਹਾ। ਇੱਥੇ ਰੋਜ਼ ਹੀ ਆਪਾਂ ਕਹਿੰਦੇ ਆ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਆਪਣੇ ਸਵਾਸਾਂ ਦੀ ਮਨੁੱਖ ਕੀਮਤ ਸਮਝਦਾ ਹੈ, ਗੁਰੂ ਦੀ ਨਜ਼ਰ ਵਿੱਚ ਉਨੀ ਕੇਸਾਂ ਦੀ ਬਖਸ਼ਿਸ਼ ਹੈ, ਉਨਾ ਹੀ ਕੇਸਾਂ ਦਾ ਮੁੱਲ ਹੈ। ਪਰ ਅਸੀਂ ਸਵਾਸਾਂ ਦਾ ਤੇ ਮੁੱਲ ਬੜਾ ਸਮਝਦੇ ਹਾਂ। ਸਵਾਸ ਤੇ ਕਹਿੰਦੇ ਆ ਵੀ ਸਾਡੇ ਹੋਰ ਚੱਲ ਜਾਣ, 10 ਸਾਲ ਸਾਡੀ ਲੰਮੀ ਹੋਰ ਉਮਰ ਹੋ ਜਾਵੇ, ਪਰ ਕਦੀ ਇਹ ਨਹੀਂ ਕਿਹਾ ਵੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਦੀ ਗੁਰੂ ਅੱਗੇ ਅਰਦਾਸ ਕੀਤੀ ਹੈ, ਦਾਤਿਆ ਤੇਰੀ ਜਦੋਂ ਸਿੰਘਾਂ ਸਿੰਘਣੀਆਂ ਦੀ ਗੱਲ ਚੱਲ ਰਹੀ ਸੀ ਨਾ, ਜਾਂ ਸਵਾ ਮਣ ਦਾਣੇ ਪੀਣ ਦੀ ਗੱਲ ਕਰੀਏ, ਤੇ ਜਿਹੜੀਆਂ ਸਿੰਘਣੀਆਂ ਦੇ ਭੈਣਾਂ ਦੀ ਮੈਂ ਗੱਲ ਕਰਾਂ, ਮੈਂ ਇਹ ਗੱਲ ਲਿਆ ਨੇ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸਧੂਰ, ਸੇ ਸਿਰ ਕਾਤੀ ਮੁੰਨੀਆਂ ਗੱਲ ਵਿੱਚ ਆਵੇ ਧੂੜ ਪਵੇ। ਤਾਂ ਕਿਹਾ ਉਹ ਜਿਹੜੀਆਂ ਸਿੰਘਣੀਆਂ ਸਨ, ਉਹ ਜਿਹੜੀਆਂ ਸਾਡੀਆਂ ਮਾਤਾਵਾਂ, ਉਹ ਜਿਹੜੀਆਂ ਸਾਡੀਆਂ ਭੈਣਾਂ ਸਨ, ਸਵਾ ਮਣ ਦਾ ਪੀਸਣਾ ਪੀਣਾ, ਬਾਲਕ ਨੇ ਗੋਦ ਦੇ ਵਿੱਚ ਹੋਣਾ,
ਉਧਰ ਗਾਲਾ ਪਾ ਦੇਣਾ, 2 ਪੁੜ ਚੱਕੀ ਦੇ। ਹੁਣ ਤੇ ਕਈਆਂ ਨੂੰ ਉਹ ਚੱਕੀ ਨਹੀਂ ਵੇਖੀ ਹੋਣੀ, ਪੁਰਾਣੀਆਂ ਮਤਾਵਾਂ ਨੂੰ ਪਤਾ ਉਹ ਚੱਕੀ ਦੀ 2 ਪੁੜ ਤੇ ਉੱਤੇ ਮੁੱਠਾ ਲੱਗਾ ਹੋਣਾ, ਬਜ਼ੁਰਗਾਂ ਨੂੰ ਜਾਂ ਪਤਾ ਹੈ। ਉਹਦੇ ਉੱਤੇ ਵਿੱਚ ਗਾਲਾ ਪੈਣਾ, 1.25 ਮਣ ਦਾਣੇ, 40 ਕਿਲੋ ਦਾ 40 ਕਿਲੋ ਨੂੰ ਮਣ ਕਹਿੰਦੇ ਨੇ, 1.25 ਮਣ ਲਾ ਲਓ। 1.25 ਮਣ ਦਾਣੇ ਅੱਗੇ ਰੱਖ ਦਿੱਤੇ, 1 ਪਿਆਲਾ ਪਾਣੀ ਦਾ। ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਆਪਾਂ ਪੜ੍ਹਦੇ ਆ ਨਾ, ਖੰਨੀ ਤੋਂ ਭਾਵ ਹੈ ਚੌਥਾ ਹਿੱਸਾ ਰੋਟੀ ਦਾ। ਹੁਣ ਇੱਕ ਪ੍ਰਸ਼ਾਦੇ ਦਾ ਚੌਥਾ ਹਿੱਸਾ ਕਿੰਨਾ ਕੁ ਹੋ ਗਿਆ? ਇੰਨਾ ਕੁ ਪ੍ਰਸ਼ਾਦਾ, 1 ਪਿਆਲਾ ਪਾਣੀ ਦਾ। ਮਾਂ ਦੀ ਗੋਦੀ ਦੇ ਵਿੱਚ ਬਾਲਕ ਹੈ, 1.25 ਮਣ ਦਾਣੇ ਅੱਗੇ ਰੱਖ ਦਿੱਤੇ, ਪੀਸਣਾ ਸ਼ੁਰੂ ਹੋ ਗਿਆ। ਜਪਜੀ ਦਾ ਜਾਪ ਵੀ ਸ਼ੁਰੂ ਹੋ ਗਿਆ। ਜਪਜੀ ਦਾ ਜਾਪ ਤੋਂ ਪ੍ਰਸਾਦ ਦਾ ਜਾਪ ਦਾ ਪਾਠ, ਬਾਣੀ ਦਾ ਪਾਠ ਹੋਇਆ। ਨਿਰੰਕਾਰ ਕਰਤਾਰ ਪਰਮਾਤਮਾ ਦੇ ਨਾਮ ਦਾ ਆਧਾਰ ਸੀ, ਨਾਮ ਦਾ ਆਸਰਾ ਸੀ। ਸਾਰਾ ਦਿਨ ਪੀਸਾ ਗਿਆ। ਰਾਤ ਹੋਈ, ਰਾਤ ਫਿਰ ਉਸੇ ਤਰ੍ਹਾਂ ਸੋਦਰ ਦਾ ਪਾਠ ਸ਼ੁਰੂ ਹੋਇਆ। ਸੋਦਰ ਦੀ ਬਾਣੀ ਜਦੋਂ ਪੜ੍ਹੀ ਗਈ, ਅਰਦਾਸ ਹੋਈ, ਸਤਿਗੁਰੂ ਜੀ 4 ਪਹਿਰ ਦਿਨ ਕਿਆ ਸੁੱਖਾਂ ਦਾ ਬਤੀਤ ਹੋਇਆ। ਅਸੀਂ ਤੇ ਨਾਨਾ ਪ੍ਰਕਾਰ ਦੇ ਪਦਾਰਥ ਖਾਂਦੇ ਹੋਏ ਕਹਿੰਦੇ ਆ ਨਾ, ਦਾਤਿਆ ਅੱਜ ਤੇ ਬੜਾ ਹੀ ਮਾੜਾ ਦਿਨ ਨਿਬੜਿਆ, ਅੱਜ ਤੇ ਕੁਝ ਵੀ ਨਹੀਂ ਆ, ਸਾਡੇ ਅੰਗਾਂ ਚੋਂ ਪੀੜ ਨਿਕਲਦੀ ਹੈ। ਪਿਓ ਮਾੜੇ ਪਦਾਰਥ, ਮਾੜਾ ਫੂਡ ਖਾਂਦੇ, ਅਸੀਂ ਮਾੜੀਆਂ ਵਸਤੂਆਂ ਖਾਂਦੇ ਆ, ਫਿਰ ਵੀ ਹਾਏ ਕਰਦਿਆਂ ਹੀ ਗੋਡਿਆਂ ਤੇ ਹੱਥ ਰੱਖ ਕੇ ਉੱਠਨੇ ਆ। 1.25 ਮਣ ਪੀਸਿਆ, ਸ਼ਾਮ ਹੋਈ, ਸੋਦਰ ਦਾ ਪਾਠ ਹੋਇਆ। ਸੋਦਰ ਦਾ ਪਾਠ ਕੀਤਾ, ਅਰਦਾਸ ਹੋਈ ਤੇ ਕਿਹਾ, ਸਤਿਗੁਰੂ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਅਰਦਾਸ ਵਿੱਚ ਕਿਹਾ। ਫਿਰ ਅੱਗੇ ਕਿਹਾ, 4 ਪਹਿਰ ਰੈਣ ਆਈ ਹੈ। ਰੈਣ ਤੋਂ ਮੀਨਸ ਰਾਤ ਆਈ ਹੈ। ਇੱਥੇ ਹੁਣ ਨਹੀਂ ਕਿਹਾ ਵੀ ਸੁੱਖਾਂ ਦਾ ਬਤੀਤ ਕਰਾਉਣਾ। ਅਸੀਂ ਤੇ ਗੁਰੂ ਕੋਲੋਂ ਲੈਣ ਹੀ ਸੁੱਖ ਆਉਨੇ ਆ ਨਾ, ਨਾ ਨਾ। ਕਿਆ 4 ਪਹਿਰ ਰਹਿਣ ਆਈ ਹੈ, ਪਾਤਸ਼ਾਹ ਤੇਰੇ ਭਾਣੇ ਅੰਦਰ ਬਤੀਤ ਹੋਵੇ। ਭਾਣੇ ਤੋਂ ਭਾਵ ਕੀ ਸਮਝਦੇ ਹੋ? ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ। ਭਾਣੇ ਤੋਂ ਭਾਵ ਮਾਲਕ ਦਾ ਹੁਕਮ ਹੈ। ਜਦੋਂ ਕੋਈ ਪ੍ਰਾਣੀ ਚਲੇ ਜਾਂਦਾ, ਉਦੋਂ ਤਾਂ ਕਹਿੰਦੇ ਅਸੀਂ ਵੀ ਰੱਬ ਦਾ ਭਾਣਾ ਵਰਤ ਗਿਆ। ਕਦੀ ਬਾਲਕ ਨੇ ਘਰ ਪੁੱਤਰ ਜਨਮ ਲਿਆ, ਕਦੀ ਕਿਸੇ ਨੇ ਕਿਹਾ ਵੀ ਰੱਬ ਦਾ ਭਾਣਾ ਵਰਤ ਗਿਆ? ਨਹੀਂ, ਉਦੋਂ ਨਹੀਂ ਅਸੀਂ ਕਹਿੰਦੇ। ਕਿਆ ਭਾਣੇ ਦੇ ਵਿੱਚ ਸਤਿਗੁਰੂ ਜੀ 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। 1 ਪਿਆਲਾ ਪਾਣੀ ਦਾ, ਗੋਦੀ ਵਿੱਚ ਬਾਲਕ ਸੀ, ਖੰਨੀ 1 ਚੌਥਾ ਹਿੱਸਾ ਪ੍ਰਸ਼ਾਦੇ ਦਾ। ਸੋਦਰ ਦਾ ਪਾਠ ਹੋਇਆ, ਰਹਿ ਰਸ ਪਾਠ ਕਰਕੇ ਅਰਦਾਸ ਹੋਈ। 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਰਾਤ ਆਈ ਹੈ, 4 ਪਹਿਰ ਰਹਿਣ ਭਾਣੇ ਅੰਦਰ ਬਤੀਤ ਹੋਵੇ। ਜਲਾਦ ਨੂੰ ਬੜਾ ਗੁੱਸਾ ਆਇਆ, ਕਹਿੰਦਾ ਵੀ 1 ਪਿਆਲਾ ਪਾਣੀ ਦਾ, ਨਿੱਕਾ ਜਿਹਾ 1 ਟੁਕੜਾ ਪ੍ਰਸ਼ਾਦੇ ਦਾ, ਗੋਦੀ ਦੇ ਵਿੱਚ ਇਹਦੇ ਬਾਲਕ ਹੈ। ਅਜੇ ਵੀ ਇਹ ਕਹਿ ਰਹੀ ਹੈ ਗੁਰੂ ਦੀ ਸਿੱਖਣੀ ਹੈ ਵੀ ਸੁੱਖਾਂ ਦਾ ਬਤੀਤ ਹੋਇਆ, ਤੇ ਇਦੋਂ ਹੁਣ ਰਾਤ ਨੂੰ ਦੁੱਖ ਕਿਹੜਾ ਦੇਵਾਂ। ਉਹਦੇ ਮਨ ਵਿੱਚ ਇਹ ਫੁਰਨਾ ਫੁਰਿਆ, ਇਹੋ ਜਿਹਾ ਤਸੀਹਾ ਦੇਵਾਂ ਵੀ ਸਵੇਰੇ ਤਰਲੋ ਮੱਛੀ ਹੋ ਉੱਠੇ, ਸਵੇਰੇ ਹੱਥ ਖੜੇ ਕਰ ਦੇਵੇ। ਤੇ ਰਾਤ ਨੂੰ ਕੀਤਾ ਕਿ ਉਸ ਗੁਰੂ ਦੀ ਸਿੱਖਣੀ ਤੇ, ਜਿਹਨੇ ਅੰਮ੍ਰਿਤ ਦੀ ਦਾਤ ਧਾਰਨ ਕੀਤੀ, ਜਿਸ ਨੇ ਗੁਰੂ ਦਾ ਸ਼ਬਦ ਨੂੰ, ਅੰਮ੍ਰਿਤ ਨੂੰ ਅੰਦਰ ਵਸਾਇਆ ਹੈ, ਉਹਦੇ ਸੀਨੇ ਦੇ ਉੱਤੇ ਪੱਥਰ ਰੱਖ ਦਿੱਤਾ। ਪੱਥਰ ਰੱਖ ਦਿੱਤਾ। ਉਹ ਜਿਹੜਾ ਗੋਦੀ ਦਾ ਬਾਲਕ ਹੈ, ਉਹਨੂੰ ਨਾਲ ਹੀ ਲੰਮਿਆਂ ਪਾ ਦਿੱਤਾ। ਹੁਣ ਉਹ ਜਿਹੜਾ ਗੋਦ ਦਾ ਬੱਚਾ ਹੈ, ਮਾਂ ਦੇ ਸੀਨੇ ਦਾ ਪੱਥਰ ਹਟਾ ਨਹੀਂ ਸਕਦਾ। ਸਾਰੀ ਰਾਤ ਉਹ ਸਿਸਕੀਆਂ ਲੈ ਰਿਹਾ, ਮਾਂ ਦੇ ਮੂੰਹ ਵੱਲੇ ਵੇਂਦਾ ਏ। ਬਹੁਤ ਛੋਟਾ ਗੋਦੀ ਦਾ ਬੱਚਾ ਸਿਸਕੀਆਂ ਲੈਂਦਾ ਏ। ਮਾਂ ਦੇ ਹਿੱਕ ਦੇ ਉੱਤੇ ਜਿਹੜਾ ਪੱਥਰ ਪਿਆ, ਉਹ ਹਟਾ ਨਹੀਂ ਸਕਦਾ, ਸਿਸਕੀਆਂ ਲੈਂਦਾ ਰਿਹਾ। ਦਿਨ ਚੜ੍ਹਿਆ, ਸਵੇਰਾ ਹੋਇਆ, ਜਲਾਦ ਆਇਆ। ਜਲਾਦ ਨੇ ਉਸ ਪੱਥਰ ਨੂੰ ਹਟਾਇਆ ਤੇ ਉਹ ਗੁਰੂ ਕੀ ਸਿੱਖਣੀ, ਉਹ ਜਿਸਨੇ ਗੁਰੂ ਦੀ ਸਿੱਖਿਆ ਲਈ ਹੈ, ਉਸਨੇ ਕੀ ਕੀਤਾ? ਵਾਹਿਗੁਰੂ 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 ਮੂੰਹ ਦੇ ਵਿੱਚੋਂ ਨਿਕਲ ਰਿਹਾ ਸੀ, ਸ਼ਬਦ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲ ਰਿਹਾ। ਉੱਠ ਕੇ ਬਹਿ ਗਈ, ਚੌਂਕੜਾ ਲੱਗ ਗਿਆ, ਬਾਲਕ ਨੂੰ ਗੋਦ ਵਿੱਚ ਲੈ ਲਿਆ। ਫਿਰ ਜਪਜੀ ਦਾ ਜਾਪ ਸ਼ੁਰੂ ਹੋ ਗਿਆ। ਜਾਪ ਦਾ ਪਾਠ ਆਰੰਭ ਹੋ ਗਿਆ। ਉਹੋ ਹੀ 1.25 ਮਣ ਦਾਣੇ ਤੇ ਉਹੋ ਹੀ ਚੱਕੀ ਤੇ ਉਹੋ ਹੀ ਪਿਆਲਾ ਪਾਣੀ ਦਾ ਤੇ ਉਹੋ ਹੀ 1 ਟੁਕੜਾ ਪ੍ਰਸ਼ਾਦੇ ਦਾ ਸਾਹਮਣੇ ਆਇਆ। ਫਿਰ ਜਪਜੀ ਦਾ ਜਾਪ ਤੋਂ ਪ੍ਰਸਾਦ ਸਵਈਆਂ ਦਾ ਪਾਠ। ਉਦੋਂ ਕੋਈ ਗੁਟਕਾ ਸਾਹਿਬ ਕੋਲ, ਜਦੋਂ ਚੱਕੀ 'ਚ ਕੋਈ ਚਲਾਉਂਦਾ ਹੋਵੇ, ਗੋਦੀ ਦੇ ਵਿੱਚ ਕੋਈ ਬਾਲਕ ਹੋਵੇ ਤੇ ਕੋਈ ਗੁਟਕਾ ਸਾਹਿਬ ਕੋਲ ਹੋਵੇਗਾ, ਜਾਂ ਤੇ ਚੱਕੀ ਚਲਾ ਲੈ ਜਾਂ ਗੁਟਕਾ ਸਾਹਿਬ ਫੜ ਕੇ ਪਾਠ ਕਰ ਲੈ। ਉਹ ਗੁਰੂ ਕੇ ਸਿੱਖ ਜਿਵੇਂ ਸਿਆਣੇ ਸਨ, ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਸਨ, ਪੈਸੇ ਕੋਈ ਮਿਲਣਾ ਤੇ ਚੁੰਨੀ ਦੇ ਨਾਲ ਗੰਢ ਮਾਰ ਲੈਣੀ। ਹੁਣ ਸਾਰੇ ਰਿਵਾਜ ਹੀ ਖਤਮ ਹੋ ਗਏ, ਚੁੰਨੀ ਨਾਲ ਗੰਢ ਮਾਰ ਲੈਣੀ। ਤੇ ਸਿਆਣੇ ਕਹਿੰਦੇ ਹੁੰਦੇ ਨੇ ਪੈਸਾ ਗੰਠ
ਤੇ ਬਾਣੀ ਉਹੋ ਹੀ ਜਿਹੜੀ ਕੰਠ, ਬਾਣੀ ਉਹੀ ਹੈ ਜਿਹੜੀ ਕੰਠ ਹੈ। ਕੰਠ ਮੀਨਸ ਗਲੇ ਵਿੱਚ ਹੈ, ਤੁਹਾਡੇ ਅੰਦਰ ਹੈ। ਜਦੋਂ ਤੁਸੀਂ ਕਾਰ ਚਲਾਉਂਦੇ ਹੋ, ਕਾਰ ਵਿਹਾਰ ਕਰਦੇ ਹੋਵੋ, ਜਪਜੀ ਦਾ ਜਾਪ ਸ਼ੁਰੂ ਹੋ ਜਾਏ, ਜਾਪ ਸ਼ੁਰੂ ਹੋ ਜਾਏ, ਤੋ ਪ੍ਰਸਾਦ ਅਲਾਹੀ ਬਾਣੀ ਦਾ, ਜੋ ਤੁਸੀਂ ਭਾਵੇਂ ਸਫ਼ਰ ਤੇ ਜਾ ਰਹੇ ਹੋ, ਬਾਣੀ ਪ੍ਰਵਾਹ ਚੱਲ ਪਵੇ, ਬਾਣੀ ਦਾ ਫਿਰ ਪ੍ਰਵਾਹ ਚੱਲ ਪਿਆ, ਚੱਕੀ ਚੱਲ ਪਈ, ਬਾਣੀ ਦਾ ਪ੍ਰਵਾਹ ਸ਼ੁਰੂ ਹੋਇਆ। ਫਿਰ ਜਪਜੀ ਜਾਪ ਤੋਂ ਪ੍ਰਸਾਦ ਸੂਈਆਂ ਦਾ ਪਾਠ ਕਰਕੇ ਅਰਦਾਸ ਕੀਤੀ, ਸਤਿਗੁਰੂ ਜੀ ਚਾਰ ਪੈਰ ਰਹਿਣ ਸੁਖਾਂ ਦੀ ਬਤੀਤ ਹੋਈ ਹੈ। ਪੱਥਰ ਸੀਨੇ ਤੇ ਪਿਆ ਰਿਹਾ, ਬਾਲਕ ਕੋਲ ਸਿਸਕੀਆਂ ਲੈਂਦਾ ਰਿਹਾ। ਕਿਆ ਸਤਿਗੁਰੂ ਜੀ ਚਾਰ ਪੈਰ ਰਹਿਣ ਸੁਖਾਂ ਦੀ ਬਤੀਤ ਹੋਈ ਹੈ। ਮੈਂ ਕੇਸਾਂ ਦੀ ਗੱਲ ਕਰ ਰਿਹਾ। ਤੇ ਜਦੋਂ ਚਾਰ ਪੈਰ ਰਹਿਣ ਸੁਖਾਂ ਦੀ ਬਤੀਤ ਹੋਈ, ਜਲਾਦ ਕੰਨੀ ਉਸਦੇ ਆਵਾਜ਼ ਪਈ, ਉਸ ਨੂੰ ਸੱਤੀ ਕਪੜੀ ਅੱਗ ਲੱਗ ਗਈ। ਕਹਿੰਦਾ ਸਾਰੀ ਰਾਤ ਸੀਨੇ ਤੇ ਪੱਥਰ ਪਿਆ ਰਿਹਾ, ਕੋਲ ਬਾਲਕ ਇਸ ਦਾ ਸਿਸਕੀਆਂ ਲੈਂਦਾ ਰਿਹਾ। ਖਰੇ ਇਹਦੇ ਵਿੱਚ ਕੀ ਗੁਰੂ ਨੇ ਭਰਿਆ ਹੋਇਆ ਹੈ, ਹੁਣ ਮੈਂ ਇਹਨੂੰ ਕਿਹੜਾ ਤਸੀਹਾ ਦੇਵਾਂ ਜਿਸ ਦੇ ਨਾਲ ਇਹ ਤਰਲੋ ਮੱਛੀ ਹੋ ਉੱਠੇ। ਉਹਦੇ ਮਨ ਨੇ ਅੰਦਰੋਂ ਆਵਾਜ਼ ਆਈ, ਸਾਰਿਆਂ ਤੋਂ ਪਿਆਰ ਮਾਂ ਆਪਣੇ ਪੁੱਤਰ ਨੂੰ ਕਰਦੀ ਹੈ। ਜਿਹੜਾ ਉਹਦੀ ਗੋਦੀ ਦੇ ਵਿੱਚ ਹੋਵੇ, ਮਾਂ ਨੂੰ ਆਪਣੀ ਜਿੰਦ ਨਾਲੋਂ ਆਪਣਾ ਪੁੱਤਰ ਪਿਆਰਾ ਹੁੰਦਾ ਏ। ਹੁਣ ਤਸੀਹਾ ਸਭ ਤੋਂ ਵੱਡਾ ਇਹਨੂੰ ਪੱਥਰ ਦਾ ਤੇ ਤਸੀਹਾ ਇਹਨੂੰ ਨਹੀਂ ਲੱਗਾ। ਇਹਨੂੰ ਸਾਰਾ ਦਿਨ ਪੀਣਾ ਮਿਲਣਿਆ, ਸਵਾ ਮਣ ਦਾਣੇ ਪੀਸੇ, ਇਹਨੂੰ ਉਹ ਤਸੀਹਾ ਵੀ ਨਾ ਮਹਿਸੂਸ ਹੋਇਆ। ਪੱਥਰ ਰਾਤ ਪਿਆ ਰਿਹਾ, ਕੋਲ ਬੱਚਾ ਸਿਸਕੀਆਂ ਲੈਂਦਾ ਰਿਹਾ ਆ। ਅਜੇ ਵੀ ਕਹਿੰਦੀ ਹੈ ਚਾਰ ਪੈਰ ਰਹਿਣ ਸੁਖਾਂ ਦੀ ਬਤੀਤ ਹੋਈ ਹੈ। ਤੇ ਹੁਣ ਮਨ ਵਿੱਚ ਕ੍ਰੋਧ ਆਇਆ, ਫੁਰਨਾ ਫੁਰਿਆ ਕਿ ਮਾਂ ਆਪਣੇ ਪੁੱਤਰ ਨਾਲ ਜ਼ਿਆਦਾ ਪਿਆਰ ਕਰਦੀ ਹੈ, ਆਪਣੇ ਤਨ ਤੋਂ ਵੀ ਆਪਣੇ ਪੁੱਤਰ ਨਾਲ ਪਿਆਰ ਕਰਦੀ ਹੈ। ਫਿਰ ਉਸਨੇ ਕੀ ਕੀਤਾ, ਬੱਚੇ ਨੂੰ ਚੁੱਕਿਆ, ਉਸ ਦੀ ਗੋਦ ਦੇ ਵਿੱਚੋਂ ਲਿਆ, ਉਤਾਂ ਨੂੰ ਸੁੱਟ ਦਿੱਤਾ। ਜਦੋਂ ਉਤਾਂ ਸੁੱਟਿਆ ਤੇ ਥੱਲੋਂ ਨੇਜਾ ਕਰ ਦਿੱਤਾ। ਤੁਸੀਂ ਅਜਾਇਬ ਘਰ ਜਾ ਕੇ ਵੇਖਦੇ ਹੋ ਨਾ, ਆਪਾਂ ਤੇ ਵੇਖਦੇ ਹੀ ਵੇਖ ਕੇ ਐਵੇਂ ਆ ਜਾਂਦੇ ਆ। ਅਜਾਇਬ ਘਰੇ ਜਦੋਂ ਵੇਖਦੇ ਹੋ, ਸਾਡੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਾਡੇ ਸਰੀਰ ਦੇ ਵਿੱਚ ਚਰਨਾਹਟ ਸ਼ੁਰੂ ਹੋ ਜਾਣੀ ਚਾਹੀਦੀ ਏ। ਉਹ ਸਾਰਾ ਸਾਕਾ ਸਾਡੇ ਅੰਦਰ ਸ਼ੁਰੂ ਹੋ ਜਾਣਾ ਚਾਹੀਦਾ ਏ। ਉਹ ਕਿਹੋ ਜਿਹਾ ਸਮਾਂ ਹੋਏਗਾ, ਉਹ ਕਿਹੋ ਜਿਹੀ ਮਾਂ ਹੋਏਗੀ ਜਿਹੜੀ ਬਾਣੀ ਨੂੰ ਨਾ ਛੱਡਿਆ। ਤੇ ਜਦੋਂ ਬੱਚੇ ਨੂੰ ਫੜਿਆ, ਵਗਾ ਕੇ ਉਤਾਂ ਸੁੱਟਿਆ, ਨੇਜਾ ਥੱਲੇ ਕਰ ਦਿੱਤਾ। ਜਿਵੇਂ ਨੇਜਾ ਥੱਲੇ ਕੀਤਾ, ਬੱਚਾ ਉਸ ਦੇ ਵਿੱਚ ਪਰੋਇਆ ਗਿਆ। ਜਦੋਂ ਬੱਚਾ ਉਸ ਗੋਦੀ ਦੇ ਬਾਲਕ ਨੂੰ ਪਰੋ ਦਿੱਤਾ ਗਿਆ, ਜਲਾਦ ਨੇ ਪਤਾ ਕੀ ਕੀਤਾ, ਫਿਰ ਵੀ ਨਹੀਂ ਉਹਦੇ ਬਸ ਕੀਤੀ। ਉਸਨੇ ਧਰਤੀ ਤੇ ਥੱਲੇ ਸੁੱਟਿਆ, ਪੈਰ ਉੱਤੇ ਰੱਖਿਆ, ਨੇਜਾ ਜਦੋਂ ਬਾਹਰ ਖਿੱਚਿਆ ਤੇ ਉਸ ਦੇ ਨਾਲ ਆਂਦਰਾਂ ਬਾਹਰ ਆ ਗਈਆਂ। ਇੱਥੇ ਵੀ ਬਸ ਨਹੀਂ, ਫਿਰ ਉਸਨੇ ਟੁਕੜੇ ਕਰ ਦਿੱਤੇ, ਟੁਕੜੇ ਕਰ ਦਿੱਤੇ, ਨਿੱਕੀਆਂ ਨਿੱਕੀਆਂ ਬੋਟੀਆਂ ਕਰ ਦਿੱਤੀਆਂ, ਆਂਦਰਾਂ ਦੇ ਵਿੱਚ ਉਸ ਨੂੰ ਪਰੋ ਦਿੱਤਾ। ਪਰੋ ਕੇ ਕੀ, ਫਿਰ ਗਲ ਦੇ ਵਿੱਚ ਮਾਂ ਦੇ ਹਾਰ ਬਣਾ ਕੇ ਪਾ ਦਿੱਤਾ ਵੀ ਹੁਣ ਤੇ ਕਹੇਗੀ, ਹੁਣ ਤਰਲੋ ਮੱਛੀ ਹੋ ਜਾਏਗੀ। ਜਦੋਂ ਗਲ ਦੇ ਵਿੱਚ ਹਾਰ ਬਣਾ ਕੇ ਪਾਇਆ, ਸਵਾ ਮਣ ਦਾਣੇ ਹੋ ਗਏ ਪਏ ਨੇ। ਉਹ ਪਈ ਹੈ ਅੱਗੇ ਚੱਕੀ, ਚੱਕੀ ਫਿਰ ਚੱਲਣ ਲੱਗ ਪਈ। ਚੱਕੀ ਫਿਰ ਚੱਲੀ, ਗਾਲਾ ਫਿਰ ਪਿਆ ਰਜਾ ਵਿੱਚ, ਭਾਣੇ ਵਿੱਚ। ਜਦੋਂ ਉਸ ਗਲ ਦੇ ਵਿੱਚ ਪਾਏ ਹੋਏ ਟੁਕੜਿਆਂ ਦਾ, ਬੱਚੇ ਦੀਆਂ ਬੋਟੀਆਂ ਜਿਹੜੀਆਂ ਅਗਾਂ ਨੂੰ ਜਾਂਦੀਆਂ ਨੇ, ਜਦੋਂ ਅੱਗੇ ਇਸ ਤਰ੍ਹਾਂ ਹੱਥ ਜਾਂਦਾ ਏ ਤੇ ਜਦੋਂ ਫਿਰ ਮੁੜ ਕੇ ਹਿੱਕ ਦੇ ਨਾਲ ਲੱਗਦੀਆਂ ਨੇ, ਉਦੋਂ ਕੀ ਮਾਂ ਪਤਾ ਕੀ ਕਹਿੰਦੀ, ਮੇਰੇ ਲਾਲ, ਮੇਰੇ ਪੁੱਤਰ। ਉਹ ਬੋਟੀਆਂ ਦੇ ਨਾਲ ਗੱਲਾਂ ਵੀ ਕਰਦੀ ਹੈ, ਉਹ ਟੁਕੜਿਆਂ ਦੇ ਨਾਲ ਵੀ ਗੱਲਾਂ ਕਰਦੀ ਹੈ। ਗਲ ਵਿੱਚ ਹਾਰ ਪਰੋ ਕੇ ਪਾਇਆ ਹੈ, ਕਿਆ ਮੇਰੇ ਲਾਲ ਤੇਰੇ ਪਿਤਾ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ। ਜੋ ਦੀ ਅਰਦਾਸ ਵਿੱਚ ਕਹਿੰਦੇ ਆ, ਤੇਰੇ ਪਿਤਾ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ। ਮੇਰੇ ਲਾਲ ਤੇਰੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ। ਰੱਬ ਅੱਗੇ, ਮਾਲਕ ਅੱਗੇ, ਮੇਰੇ ਅੱਗੇ ਵਾਸਤੇ ਵੀ ਅਰਦਾਸ ਕਰਿਆ ਜੇ ਕਿਤੇ ਮੇਰੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਮੇਰੇ ਲਈ ਵੀ ਅਰਦਾਸ ਪ੍ਰਮਾਤਮਾ ਅੱਗੇ ਕਰਿਆ ਜੇ ਮੇਰੀ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ ਜਾਵੇ। ਤੇ ਇਹ ਹੈ ਸਾਡੇ ਸਿੱਖੀ ਦਾ ਵਿਰਸਾ। ਹੁਣ ਸਿੱਖ, ਪਹਿਲਾਂ ਸਿੱਖ ਸ਼ਬਦ ਅਸੀਂ ਕਹਿ ਦਿੰਦੇ ਹਾਂ, ਸਿੱਖ ਕਹਿੰਦੇ ਕਿਹਨੂੰ ਨੇ? ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਪੁੱਛ ਲਿਓ, ਪਾਤਸ਼ਾਹ ਸਿੱਖ ਕਿਹਨੂੰ ਕਹਿੰਦੇ ਨੇ? ਮੇਰੇ ਸਤਿਗੁਰੂ ਜੀ ਆਖਦੇ ਨੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿੰਦਾ ਏ, ਜਿਹੜਾ ਗੁਰੂ ਦੀ ਰਜ਼ਾ ਵਿੱਚ ਰਹਿੰਦਾ ਏ, ਪਿਆਰਿਓ ਸਿੱਖ ਹੀ ਉਹ ਹੈ। ਤੇ ਸਿੱਖ ਦਾ ਕੰਮ ਕੀ ਹੈ? ਜੋ ਗੁਰੂ ਨੇ ਦਾਤੇ ਨੇ ਦਾਤ ਦਿੱਤੀ ਹੈ, ਕੇਸ ਦਿੱਤੇ ਨੇ,
ਜਦੋਂ ਮਨੁੱਖ ਜਨਮ ਲੈਂਦਾ ਹੈ, ਜਨਮ ਲੈਂਦਿਆਂ ਹੀ ਪ੍ਰਮਾਤਮਾ ਉਦੋਂ ਸਾਨੂੰ ਕੇਸ ਨਾਲ ਦਿੰਦਾ ਹੈ। ਤੇ ਇਹਨਾਂ ਕੇਸਾਂ ਦਾ ਬੁਰਾ ਨਹੀਂ ਕਰਨਾ, ਇਹਨਾਂ ਕੇਸਾਂ ਦਾ ਕਤਲ ਨਹੀਂ ਕਰਨਾ। ਮੇਰੇ ਸਾਹਿਬ ਜੀ ਕਹਿੰਦੇ ਨੇ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ਪੂਰਾ ਪ੍ਰਭ ਆਰਾਧਿਆ। ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਜੇ ਪੂਰੇ ਨਾਲ ਜੁੜਨਾ ਹੈ ਤੇ ਪੂਰਾ ਬਣਨਾ ਪਏਗਾ। ਪੂਰਾ ਪ੍ਰਭ ਆਰਾਧਿਆ ਕਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ। ਜਦੋਂ ਪੂਰੇ ਨੂੰ ਪਾਉਣਾ ਹੈ ਤੇ ਪੂਰੇ ਦੇ ਗੁਣ ਗਾਉਣੇ ਪੈਣਗੇ। ਮੈਂ ਕੇਸਾਂ ਦੀ ਗੱਲ ਕਰਾਂ, ਦਿੱਲੀ ਹੋਵੇ, ਪੰਜਾਬ ਹੋਵੇ, ਕੋਈ ਵੀ ਪ੍ਰਾਂਤ ਹੋਵੇ, ਤੇ ਅੱਜ ਕੱਲ ਪਤਾ ਇੱਕ ਗੱਲ ਆਮ ਚੱਲ ਪਈ ਕਿ 60 ਸਾਲ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾ ਆਪਣੇ ਸਿੱਖ ਨੂੰ ਬੈਠੇ ਆ ਹਜ਼ੂਰ ਸਾਹਿਬ ਉਡੀਕਦੇ ਨੇ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ। ਪਹਿਲੀ ਗੱਲ, ਚਲੋ ਗੁਰੂ ਤੇ ਸਾਰੀਆਂ ਥਾਵਾਂ ਤੇ ਆ, ਜਿੱਥੇ ਸਾਹਿਬਾਂ ਨੂੰ ਯਾਦ ਕਰ ਲਓ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਥੇ ਹੀ ਨੇ, ਕਿਉਂਕਿ ਸਤਿਗੁਰੂ ਜੀ ਸਾਡੇ ਅੰਦਰ ਸਮਾਏ ਹੋਏ ਨੇ, ਸਾਡੇ ਅੰਦਰ ਨੇ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ ਅਗਨ ਤਰੀਜੈ। ਜਿਵੇਂ ਧਰਤੀ ਵਿੱਚ ਪਾਣੀ, ਪਾਣੀ ਵਿੱਚ ਧਰਤੀ, ਲੱਕੜ ਵਿੱਚ ਅੱਗ, ਦੁੱਧ ਵਿੱਚ ਘਿਓ, ਇਸੇ ਤਰ੍ਹਾਂ ਸਾਰੀਆਂ ਥਾਵਾਂ ਤੇ ਪਰਵਤਗਾਰ ਪਰਮੇਸ਼ਰ ਹਮੇਸ਼ਾ ਹੈ, ਪਰ ਉਹਨੂੰ ਅਨੁਭਵ ਕਰਨਾ ਪਏਗਾ, ਉਹਨੂੰ ਸਮਝਣਾ ਪਏਗਾ। ਫੁੱਲਾਂ ਵਿੱਚ ਖੁਸ਼ਬੂ ਹੈ,
ਕਰਦੇ ਸਨ, ਇਹਦਾ ਮਤਲਬ ਪਹਿਲੇ ਗੁਰੂ ਸਾਹਿਬਾਨ ਵੀ ਕਰਦੇ ਹੋਣਗੇ, ਕੰਘਾ ਕੇਸਾਂ ਦੇ ਵਿੱਚ ਰੱਖਦੇ ਹੋਣਗੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਭੰਗਾਣੀ ਦਾ ਜੰਗ ਜਿੱਤ ਕੇ ਪੀਰ ਬੁੱਧੂ ਸ਼ਾਹ ਦੇ 700 ਮਰੀਦ ਪੁੱਤਰ ਸ਼ਹੀਦ ਹੋਏ ਤੇ ਪਾਤਸ਼ਾਹ ਨੇ ਜਦੋਂ ਉਹਨੂੰ ਬੁਲਾਇਆ ਤੇ ਉਸ ਸਮੇਂ ਇਤਿਹਾਸਕਾਰ ਲਿਖਦੇ ਪਏ ਨੇ ਕਿ ਪਾਤਸ਼ਾਹ ਕੰਘਾ ਕੇਸਾਂ ਵਿੱਚ ਕਰ ਰਹੇ ਸਨ, ਪ੍ਰਸੰਨ ਹੋ ਕੇ ਕਹਿਣ ਲੱਗੇ ਪੀਰ ਬੁੱਧੂ ਸ਼ਾਹ ਨੂੰ ਵੀ ਮੰਗ ਕੀ ਮੰਗਦਾ ਹੈ। ਤੇ ਪੀਰ ਬੁੱਧੂ ਸ਼ਾਹ ਦੇ ਅੰਦਰੋਂ ਬਲਬਲੇ ਪਤਾ ਕੀ ਉੱਠ ਰਹੇ ਸਨ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ, ਇਹੋ ਜਿਹੇ ਅੰਦਰੋਂ ਬਲਬਲੇ ਉੱਠੇ ਸਨ। ਮੇਰੇ ਮਾਲਕਾ ਤੇਰੇ ਚਰਨਾਂ ਨਾਲ ਪ੍ਰੀਤ ਬਣੀ ਰਹੇ, ਤੇਰੇ ਨਾਲ ਮੇਰੀ ਬਣ ਆਵੇ, ਵਿਛੋੜਾ ਨਾ ਪਵੇ, ਵਿਥ ਨਾ ਪਵੇ। 2 ਵਾਰੀ ਕਿਹਾ, ਜਦੋਂ ਤੀਸਰੀ ਵਾਰੀ ਕਿਹਾ ਨਾ ਪੀਰ ਬੁੱਧੂ ਸ਼ਾਹ ਨੂੰ ਸਤਿਗੁਰੂ ਜੀ ਨੇ ਕੁਝ ਮੰਗ, ਤੇ ਫਿਰ ਕੀ ਥਰਥਰਾਉਂਦਿਆਂ ਹੋਇਆਂ ਡਰਦਿਆਂ ਮੰਗਿਆ ਕਿ ਪਾਤਸ਼ਾਹ ਜੇ ਕਿਰਪਾ ਕਰਨੀ ਲੱਗੇ ਹੋ ਤੇ ਅੜੇ ਹੋਏ ਕੇਸਾਂ ਸਮੇਤ ਜਿਹੜਾ ਕੰਘਾ ਹੈ ਨਾ ਤੁਹਾਡੇ ਹੱਥ ਵਿੱਚ ਪਾਤਸ਼ਾਹ ਇਹ ਮੇਰੀ ਝੋਲੀ ਵਿੱਚ ਪਾ ਦਿਓ। ਪਾਤਸ਼ਾਹ ਨੇ ਉਹ ਕੰਘਾ, ਕਟਾਰ, ਦਸਤਾਰ ਜਦੋਂ ਇਹ ਉਸ ਦੀ ਝੋਲੀ ਦੇ ਵਿੱਚ ਪਾਏ, ਮਰੀਦ ਸ਼ਹੀਦ ਹੋ ਗਏ, ਪੁੱਤਰ ਸ਼ਹੀਦ ਹੋ ਗਏ। ਘਰ ਨੂੰ ਜਦੋਂ ਪੀਰ ਬੁੱਧੂ ਸ਼ਾਹ ਆਏ ਨੇ ਤੇ ਕੁਝ ਕੋਟਲੀ ਹੈ, ਕੋਟਲੀ ਵਿੱਚ ਕੁਝ ਹੈ। ਅੱਗੋਂ ਇਸ ਦੀ ਘਰ ਵਾਲੀ ਜਿਹਦਾ ਨਾਂ ਨਸ਼ੀਰਾ ਹੈ, ਨਸ਼ੀਰਾ ਅੱਗੋਂ ਮਿਲੀ ਹੈ। ਪਤਾ ਸੀ ਕਿ ਜੰਗ ਵਿੱਚੋਂ ਆਏ ਨੇ, ਸਾਈਂ ਮੇਰਾ ਜੰਗ ਵਿੱਚੋਂ ਆਇਆ ਪੀਰ ਬੁੱਧੂ ਸ਼ਾਹ। ਨਸ਼ੀਰਾ ਅੱਗੋਂ ਮਿਲ ਕੇ ਆਖਦੀ, ਵੇਖਿਆ ਕਿ ਮੇਰੇ ਪੁੱਤਰ ਨਾਲ ਨਹੀਂ, ਮੁਰੀਦ ਨਾਲ ਨਹੀਂ। ਕਿਆ ਵੇਖਦੀ ਹੈ ਤੇ ਕਹਿੰਦੀ ਹੈ, ਅੱਗੋਂ ਆਵਾਜ਼ ਦਿੱਤੀ ਕਿ ਪੁੱਤਰ ਕਿੱਥੇ। ਜਦੋਂ ਪੁੱਤਰਾਂ ਦੀ ਗੱਲ ਹੋਈ ਤੇ ਨਸ਼ੀਰਾ ਦੇ ਅੱਗੇ ਪੋਟਲੀ ਕਰ ਦਿੱਤੀ। ਜਦੋਂ ਪੋਟਲੀ ਕੀਤੀ ਤੇ ਕੀ ਵੇਖਦੀ ਹੈ, ਕਹਿਣ ਲੱਗੇ ਸਾਈਂ ਜੀ, ਪੀਰ ਜੀ ਮੈਂ ਆਪਣੇ ਪੁੱਤਰਾਂ ਬਾਰੇ ਪੁੱਛ ਰਹੀ ਹਾਂ। ਪੋਟਲੀ ਅੱਗੇ ਕੀਤੀ ਤੇ ਪੋਟਲੀ ਵਿੱਚ ਕੀ ਵੇਖ ਰਹੀ ਹੈ ਨਸ਼ੀਰਾ, ਕੇਸਾਂ ਸਮੇਤ ਅੜੇ ਹੋਏ, ਕੇਸਾਂ ਸਮੇਤ ਇੱਕ ਕੰਘਾ ਹੈ, ਕਟਾਰ ਹੈ, ਦਸਤਾਰ ਹੈ। ਤੇ ਕਿਹਾ ਸਿਰ ਦੀਆਂ ਸਾਈਆਂ। ਪੀਰ ਬੁੱਧੂ ਸ਼ਾਹ ਨੂੰ ਨਸ਼ੀਰਾ ਕਹਿਣ ਲੱਗੀ, ਸਿਰ ਦੀਆਂ ਸਾਈਆਂ ਸੌਦਾ ਬਹੁਤ ਲਾਹੇਦਾਈ ਕਰਕੇ ਆਏ ਹੋ। ਪਤਾ ਲੱਗ ਗਿਆ ਪੁੱਤਰ ਸ਼ਹੀਦ ਹੋ ਗਏ ਨੇ, ਕਿਆ ਸੌਦਾ ਲਾਹੇ ਦਾ ਕਰਕੇ ਆਏ ਹੋ। ਇਸ ਸੌਦੇ ਦੇ ਵਿੱਚ ਕੋਈ ਘਾਟਾ ਨਹੀਂ, ਇਹ ਸੌਦਾ ਸਾਨੂੰ ਲਾਭ ਦਾ ਪਿਆ ਹੈ। ਇਹ ਸੌਦਾ ਜਿਹੜਾ ਕਰਕੇ ਆਏ ਉਹ ਲਾਹੇ ਦਾ ਹੈ। ਨਸ਼ੀਰਾ ਨੇ ਉਹਨਾਂ ਕੇਸਾਂ ਨੂੰ ਕਬੂਲ ਕਰ ਲਿਆ ਤੇ ਪੁੱਤਰ ਵੀ ਸ਼ਹੀਦ ਕਰਾ ਦਿੱਤੇ। ਅੱਜ ਗੁਰੂ ਪਿਆਰਿਓ, ਸਾਨੂੰ ਆਪਣੇ ਪੁੱਤਰ ਸ਼ਹੀਦ ਕਰਾਉਣ ਦੀ ਲੋੜ ਨਹੀਂ ਹੈ। ਅੱਜ ਸਾਨੂੰ ਇਹੋ ਜਿਹੇ ਤਸੀਹੇ ਝੱਲਣ ਦੀ ਲੋੜ ਨਹੀਂ ਹੈ। ਅੱਜ ਤੇ ਕੇਵਲ ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਰਜ਼ਾ ਵਿੱਚ ਰਹਿਣ ਦੀ ਲੋੜ ਹੈ। ਕੇਸਾਂ ਦੇ ਜਿਹੜਾ ਮੇਰੇ ਸਾਹਿਬਾਂ ਦੇ ਘਰ ਵਿੱਚ ਇੰਨਾ ਮੁੱਲ ਹੈ। ਮੈਂ ਇਹ ਸ਼ਬਦ ਲਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਜਿਨ੍ਹਾਂ ਨੇ ਸਵਾਸਾਂ ਦੇ ਨਾਲ ਸਿੱਖੀ ਨਿਭਾ ਲਈ ਉਹ ਗੁਰੂ ਦੀ ਗੋਦੀ ਦੇ ਵਿੱਚ ਨੇ। ਜੇ ਗੁਰੂ ਦੀ ਗੋਦੀ ਵਿੱਚ ਰਹਿਣਾ ਹੋਵੇ ਨਾ, ਜਿਵੇਂ ਮਾਂ ਦੀ ਗੋਦੀ ਵਿੱਚ ਬੱਚਾ ਕਵੇ ਨਾ ਮਾਂ ਮੈਨੂੰ ਗੋਦੀ ਵਿੱਚ ਬਿਠਾ, ਤੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜੇ ਕਹਿਣ ਗੋਦੀ ਵਿੱਚ ਜਾਣਾ ਹੈ ਨਾ, ਜੇ ਕੋਈ ਰੁਤਬਾ ਲੈਣਾ ਹੋਵੇ ਤੇ ਫਿਰ ਸਕੂਲੇ ਦਾਖਲਾ ਲੈਣਾ ਹੀ ਪੈਂਦਾ ਹੈ। ਤੇ ਜੇ ਦਾਖਲਾ ਲੈਵਾਂਗੇ ਫਿਰ ਇਮਤਿਹਾਨ ਦੇਣਾ ਹੀ ਪਏਗਾ। ਇਹ ਨਹੀਂ ਨਿਰਾ ਦਾਖਲਾ ਲੈ ਕੇ ਗੱਲ ਬਣ ਜਾਏਗੀ। ਸਕੂਲ ਵਿੱਚ ਦਾਖਲਾ ਲੈਣਾ ਪਏਗਾ। ਹਰ ਸਾਲ ਇਮਤਿਹਾਨ ਵਿੱਚ ਪਾਸ ਹੋ ਕੇ ਅਗਲੀ ਕਲਾਸ ਵਿੱਚ ਜਾਵਾਂਗੇ, +2 ਕਰਾਂਗੇ, ਕਾਲਜ ਜਾਵਾਂਗੇ। ਫਿਰ ਜਿਸ ਦਿਸ਼ਾ ਵੱਲ ਅਸੀਂ ਮੁੜਨਾ ਚਾਹੁੰਦੇ ਹਾਂ, ਫਿਰ ਕੋਰਸ ਕਰਕੇ ਉਸ ਰੁਤਬੇ ਨੂੰ ਹਾਸਲ ਕਰਾਂਗੇ। ਕਿੰਨੇ ਸਾਲ ਲੱਗਦੇ ਨੇ। ਆ ਸਾਡੇ ਬੱਚੇ 20-22 ਸਾਲਾਂ ਦੇ, 25-25 ਸਾਲਾਂ ਦੇ ਹੋ ਜਾਂਦੇ ਨੇ। ਤੇ ਅੱਜ ਅਸੀਂ ਪਤਾ ਕੀ ਕਹਿੰਦੇ ਆ ਵੀ ਇੱਕੋ ਵਾਰੀ ਹੀ ਗੁਰੂ ਘਰ ਜਾਈਏ, ਸਾਰਾ ਕੁਝ ਇੱਕੋ ਹੀ ਸਾਨੂੰ ਚਾਨਣਾ ਹੋ ਜਾਏ, ਸਾਡੇ ਅੰਦਰ ਪ੍ਰਕਾਸ਼ ਹੋ ਜਾਏ। ਗੁਰੂ ਇੱਕ ਦਿਨ ਵਿੱਚ ਹੀ ਸਾਡੇ ਤੇ ਮਿਹਰ ਕਰ ਦੇਣ। 40 ਦਿਨਾਂ ਦੇ ਵਿੱਚ ਹੀ ਅਸੀਂ ਸਾਰਾ ਕੁਝ ਪ੍ਰਾਪਤ ਕਰ ਲਈਏ। ਕਦੇ ਹੋ ਸਕਦਾ ਹੈ? ਨਹੀਂ, ਪੋਸੀਬਲ ਨਹੀਂ। ਫਿਰ ਜਦੋਂ ਸਕੂਲ ਵਿੱਚ ਜਾਣਾ ਹੀ ਇਮਤਿਹਾਨ ਦੇਣਾ ਪਏਗਾ। ਖਾਲੀ ਇਹ ਤੇ ਜਿਹੜਾ ਆਪਾਂ ਅੰਮ੍ਰਿਤ ਛਕਣਾ ਹੈ ਨਾ, ਸਾਨੂੰ ਅੱਜ ਡਰਾਇਆ ਜਾ ਰਿਹਾ। ਅੰਮ੍ਰਿਤ ਖਰੇ ਕੀ ਹਊਆ ਹੈ, ਅੰਮ੍ਰਿਤ ਖਰੇ ਕੀ ਹੋ ਜਾਵੇਗਾ, ਅੰਮ੍ਰਿਤ ਟੁੱਟ ਜਾਏਗਾ। ਅੰਮ੍ਰਿਤ ਨਹੀਂ ਜੇ ਟੁੱਟਦਾ, ਅੰਮ੍ਰਿਤ ਨਹੀਂ ਜੇ ਟੁੱਟਦਾ। ਅੰਮ੍ਰਿਤ ਨਾਲੋਂ ਅਸੀਂ ਟੁੱਟ ਜਾਂਦੇ ਹਾਂ। ਜੇ ਕਿਰਪਾਨ ਗਾਤਰੇ ਵਿੱਚੋਂ ਡਿੱਗੀ ਤੇ ਅੰਮ੍ਰਿਤ ਨਹੀਂ ਜੇ ਟੁੱਟੇਗਾ। ਅਸੀਂ ਲੋਕ ਜਦੋਂ ਖੁਦ ਜਾਂਦੇ ਹਾਂ
ਸਾਡੀ 에ਅਰਪੋਰਟ ਤੇ ਕਿਰਪਾਨ ਗਾਤਰੇ ਨੂੰ ਲਵਾ ਲੈਂਦੇ ਨੇ। 25-25 ਘੰਟੇ ਅਸੀਂ ਕਿਰਪਾਨ ਨਹੀਂ ਗਾਤਰੇ ਪਾਉਂਦੇ। ਜਦੋਂ 에ਅਰਪੋਰਟ ਤੇ ਜਦੋਂ ਵਿਦੇਸ਼ ਜਾਈਦਾ ਹੈ ਉਦੋਂ ਸਾਨੂੰ ਕਿਰਪਾਨ ਜਿਹੜੀ ਲਾਉਣੀ ਪੈਂਦੀ ਹੈ। ਤੇ ਜਾ ਕੇ ਉੱਥੇ ਅਰਦਾਸ ਜ਼ਰੂਰ ਕਰ ਲਓ ਕਿ ਸਤਿਗੁਰੂ ਜੀ ਇੰਨਾ ਸਮਾਂ ਇਹਨਾਂ ਕਕਾਰ ਤੋਂ ਅਸੀਂ ਵਾਂਝੇ ਰਹੇ ਹਾਂ, ਪਾਤਸ਼ਾਹ ਅੱਗੇ ਤੋਂ ਕਿਰਪਾ ਕਰਨੀ ਵਾਂਝੇ ਨਾ ਰਹੀਏ। ਤੇ ਅੱਜ ਜੇ ਕੇਸਾਂ ਵਿੱਚੋਂ ਕੰਘਾ ਡਿੱਗ ਪਏ, ਜਾਂ ਅਸੀਂ ਕਹਿੰਦੇ ਆ ਵੀ ਕੇਸਾਂ ਵਿੱਚ ਕੰਘਾ ਤੇ ਰੱਖਿਆ ਨਹੀਂ ਜਾਣਾ, ਰਾਤ ਨੂੰ ਸੁੱਤਿਆਂ ਕੰਘਾ ਡਿੱਗ ਪਿਆ ਅੰਮ੍ਰਿਤ ਟੁੱਟ ਜਾਣਾ, ਕਿਰਪਾਨ ਗਾਤਰਿਓਂ ਗਿਰੇ ਡਿੱਗ ਪਈ ਅੰਮ੍ਰਿਤ ਟੁੱਟ ਜਾਏਗਾ, ਖਰੇ ਗੁਰੂ ਕਿੱਡੀ ਕਰੋਪੀ ਹੋ ਜਾਏਗੀ। ਨਹੀਂ ਨਹੀਂ, ਇਹ ਸਾਨੂੰ ਡਰਾਇਆ ਜਾ ਰਿਹਾ ਹੈ। ਅਸੀਂ ਤੇ ਸਕੂਲ ਵਿੱਚ ਕੇਵਲ ਦਾਖਲਾ ਲੈਣਾ ਹੈ, ਤੇ ਜਦੋਂ ਦਾਖਲਾ ਲਵਾਂਗੇ, ਇਮਤਿਹਾਨ ਦੇਵਾਂਗੇ, ਪਾਸ ਹੋਵਾਂਗੇ, ਤੇ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣ ਲਈ ਪਹਿਲਾਂ ਸਾਡੇ ਕੋਲ ਕਕਾਰ ਕਿਹੜਾ ਹੋਣਾ ਚਾਹੀਦਾ ਹੈ? ਕੇਸ। ਇਹ ਕੇਸ ਜਿਹੜਾ ਹੈ ਨਿਰੰਕਾਰ ਵੱਲੋਂ ਦਾਤੇ ਵੱਲੋਂ ਮਿਲੇ ਨੇ। ਫਿਰ ਦੂਜਾ ਕਕਾਰ ਕਿਹੜਾ ਹੈ? ਕੰਘਾ। ਕੰਘਾ ਦੋਨੋਂ ਵਕਤ ਕਰ ਪਾਗ ਚੁਣੈ ਕਰ ਬਾਂਧਈ, ਨਾ ਦੁੱਖ ਪਾਵੈ ਲਾਲ ਜੀ। ਫਿਰ ਕੰਘੇ ਨਾਲ ਅਸੀਂ ਕੇਸਾਂ ਨੂੰ ਸਵਾਰਨਾ ਹੈ। ਤੇ ਫਿਰ ਸਾਨੂੰ ਸਤਿਗੁਰੂ ਜੀ ਨੇ ਕੇਸਾਂ ਨੂੰ ਸਵਾਰਨ ਲਈ ਕੰਘਾ ਦਿੱਤਾ ਹੈ, ਤੇ ਫਿਰ ਸਾਨੂੰ ਦਸਤਾਰ ਵੀ ਦਿੱਤੀ। ਸਾਡੇ ਅੱਜ ਬੱਚੇ ਟੋਪੀਆਂ ਪਾਈ ਫਿਰਦੇ ਨੇ, ਟੇਢੀ ਐ ਨੂੰ ਕਦੀ ਟੋਪੀ ਕਰ ਲੈਂਦੇ ਨੇ, ਕਦੀ ਉਧਰ ਨੂੰ ਕਰ ਲੈਂਦੇ ਨੇ, ਗੁਰਦੁਆਰੇ ਵੀ ਆ ਜਾਂਦੇ ਨੇ। ਮਾਮਾ ਸਾਡੇ ਵੀਰ ਦੱਸਦੇ ਹੀ ਨਹੀਂ ਵੀ ਗੁਰੂ ਸਾਹਿਬ 350-400 ਸਾਲ ਬਾਬਾ ਫਰੀਦ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲੋਂ ਪਹਿਲਾਂ ਹੋਏ ਨੇ, 3.5-4 ਸਦੀਆਂ। ਤੇ ਬਾਬਾ ਫਰੀਦ ਜੀ ਨੇ ਇਹ ਗੱਲ ਕਹਿ ਦਿੱਤੀ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣਈ, ਸਿਰ ਭੀ ਮਿੱਟੀ ਖਾਏ। ਉਦੋਂ ਵੀ ਲੋਕ ਪੱਗਾਂ ਬੰਦੇ ਸਨ, ਪਰ ਸਾਡੇ ਗੁਰੂ ਨੇ ਸਾਡੇ ਵਾਸਤੇ ਇਹ ਇੱਕ ਲਾਗੂ ਕਰ ਦਿੱਤਾ ਕਿ ਜਦੋਂ ਤੂੰ ਕੇਸਾਂ ਵਿੱਚ ਕੰਘਾ ਲਾਏਗਾ, ਜਦੋਂ ਤੇਰੇ ਸਿਰ ਤੇ ਦਸਤਾਰ ਹੋਏਗੀ ਕੇਸਾਂ ਦੇ ਉੱਤੇ, ਫਿਰ ਤੁਸੀਂ ਸੋਹਣੀ ਪੱਗ ਬੰਨਣੀ ਹੈ। ਜਦੋਂ ਸੋਹਣੀ ਪੱਗ ਬੰਨੇਗਾ ਉਦੋਂ ਫਿਰ ਕਿਸੇ ਨੂੰ ਕਹਿਣਾ ਨਹੀਂ ਪਏਗਾ ਸਰਦਾਰ ਜੀ ਆਖ, ਉਦੋਂ ਇਹ ਗੱਡੀ ਦੇ ਉੱਤੇ ਲਿਖਾਉਣਾ ਨਹੀਂ ਪਏਗਾ ਮੈਂ ਸਰਦਾਰ ਦਾ ਪੁੱਤਰ ਹਾਂ। ਆਪਣੇ ਆਪ ਹੀ ਹੱਥ ਜੋੜ ਕੇ ਕਹਿਣਗੇ ਸਰਦਾਰ ਜੀ। ਗੁਰੂ ਨੇ ਤੈਨੂੰ ਦਿੱਤੀਆਂ ਨੇ ਸਰਦਾਰੀਆਂ। ਪਰ ਅੱਜ ਅਸੀਂ ਸਾਡੇ ਜਿਹੜੇ ਨੌਜਵਾਨ ਵੀਰ ਨੇ ਕੇਸ ਅੱਧੇ ਅੱਧਰ ਨੂੰ ਬੰਨ ਲੈਂਦੇ ਨੇ, ਅੱਧੇ ਉਧਰ ਨੂੰ, ਤੇ ਫਿਰ ਉੱਤੇ ਕੱਪੜਾ ਜਿਹਾ ਇੱਕ ਸਕਾਪ ਜਿਹਾ ਵਾਂਗ ਆਉਂਦਾ ਉਹ ਪਾ ਲੈਂਦੇ ਨੇ, ਟੋਪੀ ਵਾਂਗ ਆਪਣੀ ਹਾਲਤ ਬਣਾ ਲੈਂਦੇ ਨੇ। ਨਾ ਉਹ ਪਤਾ ਲੱਗਦਾ ਮੁਸਲਮਾਨਾਂ ਦਾ ਬੱਚਾ ਹੈ, ਨਾ ਪਤਾ ਲੱਗਦਾ ਸਿੱਖਾਂ ਦਾ ਹੈ। ਉਹ ਆਪਣਾ ਆਪ ਲੁਕਾ ਰਹੇ ਨੇ। ਕਲਗੀਆਂ ਵਾਲੇ ਨੇ ਤੇ ਕਿਹਾ ਸੀ 1.25 ਲੱਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਅਸੀਂ ਆਪਣੇ ਕੇਸਾਂ ਨੂੰ ਲਗਾਉਂ। ਸਾਡੀਆਂ ਜਿਹੜੀਆਂ, ਮੈਂ ਅੱਜ ਇਹ ਮੈਸੇਜ ਦੇਣਾ ਚਾਹੁੰਦਾ, ਸਾਡੀਆਂ ਜਿਹੜੀਆਂ ਭੈਣਾਂ ਨੇ ਜਦੋਂ ਵੱਡੇ ਰੁਤਬਿਆਂ ਤੇ ਜਾਂਦੀਆਂ ਨੇ, ਵੱਡੇ ਅਹੁਦਿਆਂ ਤੇ ਜਾਂਦੀਆਂ ਨੇ, ਕਿਸੇ ਰੁਤਬੇ ਤੇ ਹੋਵੇ ਤੇ ਉਹਦਾ ਨਾਂ ਅੱਗੇ ਜੇ ਕੌਰ ਲਿਖਿਆ ਹੋਵੇ ਨਾ, ਕੌਰ ਸ਼ਬਦ, ਤੇ ਉਹਦਾ ਜਿਹੜਾ ਪੰਜਾਬੀ ਵੀਰ ਹੈ, ਸਿੱਖ ਭਰਾ ਹੈ ਨਾ, ਸੀਨਾ ਚੌੜਾ ਕਰਕੇ ਜਾਏਗਾ, ਅੰਦਰ ਮੇਰੀ ਭੈਣ ਬੈਠੀ ਹੈ। ਮੈਂ ਆਪਣੀ ਫਰਿਆਦ ਉਸ ਨੂੰ ਸੁਣਾ ਸਕਦਾ, ਮੈਂ ਦੱਸ ਸਕਦਾ ਉਹ ਮੇਰਾ ਜ਼ਰੂਰ ਮੇਰੇ ਨਾਲ ਮੇਰੀ ਗੱਲ ਸੁਣੇਗੀ ਕਿ ਮੇਰੀ ਅੰਦਰ ਭੈਣ ਹੈ। ਤੇ ਅੱਜ ਸਾਡੀਆਂ ਭੈਣਾਂ ਜਿਹੜੀਆਂ ਨੇ ਉਹਨਾਂ ਨੇ ਕੌਰ ਸ਼ਬਦ ਹਟਾ ਦਿੱਤੇ ਨੇ, ਮਿਟਾ ਦਿੱਤੇ ਨੇ, ਨਾਲ ਲਾ ਦਿੱਤੇ ਨੇ, ਕੌਰ ਸ਼ਬਦ ਨਹੀਂ ਲਾਉਂਦੀਆਂ। ਖਰੇ ਕੀ ਉਹਨਾਂ ਨੂੰ ਕੌਰ ਸ਼ਬਦ ਸਤਾਉਂਦਾ ਹੈ? ਕੌਰ ਤੇ ਇੱਕ ਸ਼ਬਦ ਹੈ, ਗੁਰੂ ਨੇ ਕਿਹਾ ਰਾਜਕੁਮਾਰੀ, ਰਾਜਕੁਮਾਰੀ ਮੇਰੀ, ਰਾਜਕੁਮਾਰੀ ਮੇਰੀ ਧੀ ਹੈ, ਰਾਜਕੁਮਾਰੀ ਪੁੱਤਰੀ ਹੈ ਮੇਰੀ। ਗੁਰੂ ਪਿਆਰਿਓ, ਅੱਜ ਸਾਨੂੰ ਕੌਰ ਸ਼ਬਦ ਲਾਉਣਾ, ਜਦੋਂ ਅੰਮ੍ਰਿਤ ਦੀ ਦਾਤ ਲੈਨੇ ਆ ਨਾ, ਉਦੋਂ ਸਾਨੂੰ ਪੰਜ ਪਿਆਰੇ ਕਹਿੰਦੇ ਨੇ ਕੌਰ ਸ਼ਬਦ ਲਾਉਣਾ। ਜਦੋਂ ਸਾਡੇ ਅੰਦਰ ਕੋਈ ਸਾਬਤ ਸੂਰਤ ਸਿੱਖ ਡਾਕਟਰ ਹੋਵੇ ਜਾਂ ਕੋਈ ਵੱਡੇ ਅਹੁਦੇ ਤੇ ਬੈਠਾ ਹੋਵੇ, ਕਈ ਵਾਰੀ ਅਸੀਂ ਸੀਨਾ ਚੌੜਾ ਕਰਕੇ ਲੰਘ ਕੇ ਅੱਗੇ ਚਲੇ ਜਾਂਦੇ ਹਾਂ ਵੀ ਸਾਡਾ ਭਰਾ ਬੈਠਾ ਹੈ, ਤੇ ਜੇ ਉਹ ਬਦਸੂਰਤ ਹੋਵੇ, ਭਾਵੇਂ ਹੋਵੇ ਸਾਡਾ ਭਰਾ, ਪਰ ਉਹ ਬਦਸੂਰਤ ਹੈ, ਅਸੀਂ ਉਹਦੇ ਲਾਗੇ ਨਹੀਂ ਜਾਵਾਂਗੇ, ਉਹਨੂੰ ਆਪਣੀ ਫਰਿਆਦ ਨਹੀਂ ਦੱਸ ਸਕਾਂਗੇ। ਸਾਨੂੰ ਕੀ ਪਤਾ ਕੌਣ ਹੈ, ਕਿਉਂਕਿ ਝੰਡੇ ਦੇ ਨਾਲੋਂ ਇਹ ਜਿਹੜਾ ਮੈਂ ਕਿਹਾ ਸੀ ਨਾ ਹੁਣੇ, ਕਤਰ ਦਿੱਤਾ ਜਾਵੇ, ਤਿਰੰਗਾ ਕਤਰ ਦਿੱਤਾ ਜਾਵੇ, ਜਿਹੜਾ 4 ਗਿੱਠ ਕੱਪੜਾ ਹੈ ਤੇ ਖੱਲੇ ਡੰਡਾ ਹੈ, ਤੇ ਡੰਡੇ ਦੀ ਕੋਈ ਪਛਾਣ ਨਹੀਂ ਜੇ। ਇਹ ਪਛਾਣ ਕੇਸਾਂ ਤੋਂ ਆਏਗੀ। ਕੇਸ ਜਿਹੜੇ ਸਾਨੇ ਨੇ, ਗੁਰੂ ਸਾਹਿਬ ਜੀ ਨੇ ਸਾਨੂੰ ਮੋਹਰ ਦਿੱਤੀ ਹੈ, ਕੇਸਾਂ ਦੇ ਉੱਤੇ ਸਾਨੂੰ ਫਿਰ ਕੰਘਾ ਦਿੱਤਾ ਹੈ, ਫਿਰ ਸਾਨੂੰ ਸਤਿਗੁਰੂ ਜੀ ਨੇ ਕੇਸਾਂ ਤੇ ਦਸਤਾਰ ਸਜਾਉਣ ਲਈ ਦਿੱਤੀ ਹੈ। ਤੇ ਜਿਹੜੀ ਦਸਤਾਰ ਹੈ ਇਹ ਸਾਡੀ ਇੱਕ ਸਰਦਾਰੀ ਦੀ ਨਿਸ਼ਾਨੀ ਹੈ। ਮੈਂ ਅੱਜ ਨੌਜਵਾਨ ਵੀਰਾਂ ਨੂੰ ਕਹਾਂਗਾ ਟੋਪੀਆਂ ਨਾ ਪਾਇਆ ਕਰੋ। ਸਿੱਖ ਹੋਏ ਸਿਰ ਟੋਪੀ ਧਰੇ, ਸਾਧ ਜਨਮ ਕੁਸ਼ਤੀ ਹੋਏ ਮਰੇ,
ਉਹ 7 ਜਨਮ ਕੋੜੀ ਹੋ ਕੇ ਮਰੇਗਾ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੀਤੇ ਹੋਏ ਰਹਿਮਤ ਦਾ ਪਾਤਰ ਨਹੀਂ ਬਣਦਾ, ਉਹ ਜਿਹੜਾ ਟੋਪੀਆਂ ਪਾਉਂਦਾ ਹੈ। ਤੇ ਗੁਰੂ ਪਿਆਰਿਓ, ਗੁਰੂ ਰੂਪ ਸਾਧ ਸੰਗਤ, ਜੇ ਅੰਮ੍ਰਿਤ ਦੀ ਦਾਤ ਆਪਾਂ ਲਵਾਂਗੇ, ਇਹ ਸਿੱਖੀ ਦੇ ਸਕੂਲ ਦੇ ਵਿੱਚ ਦਾਖਲਾ ਹੈ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਜਦੋਂ 1699 ਦੀ ਵਿਸਾਖੀ ਨੂੰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਆਪਣੇ 5 ਪਿਆਰਿਆਂ ਨੂੰ ਦਿੱਤੀ ਨਾ, ਤੇ ਫਿਰ ਆਪ ਵੀ ਲਿੱਤੀ। ਅੱਜ ਅਸੀਂ ਕਹਿ ਦਿੰਦੇ ਹਾਂ ਅੰਮ੍ਰਿਤ ਸਾਡੇ ਅੰਦਰ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਪਈ ਹੈ, ਮਾਡਰਨ ਜ਼ਮਾਨਾ ਹੈ, ਲਈ ਕੀ ਅੰਮ੍ਰਿਤ ਛਕਣ ਦੀ ਲੋੜ ਪਈ ਹੈ? ਅਸੀਂ ਅੰਮ੍ਰਿਤ ਸਾਡੇ ਅੰਦਰ ਹੀ ਹੈ। ਮੈਂ ਕਹਿੰਦਾ ਅੰਦਰ ਹੀ ਹੈ। ਜੇ ਪਾਣੀ ਦਾ ਬੋਰ ਕਰਦੇ ਆ ਨਾ, ਬੋਰ, ਤੇ ਉਹ ਕਹਿੰਦੇ ਨੇ ਬੋਰ ਕਰਨ ਵਾਲੇ ਕਹਿੰਦੇ ਨੇ ਪਾਣੀ 2-4 ਬਾਲਟੀਆਂ ਲਿਆਓ। ਉਹਨਾਂ ਨੂੰ ਕਹੋ ਵੀ ਘਰ ਵਿੱਚ ਜਿਹੜਾ ਪਾਣੀ ਪਹਿਲਾਂ ਪਿਆ ਹੈ, ਅਸੀਂ ਤੇ ਤੇਰੇ ਕੋਲ ਪਾਣੀ ਚਾਹੀਦਾ, ਬੋਰ ਇਸ ਕਰਕੇ ਕਰਾ ਰਹੇ ਹਾਂ। ਕਹਿੰਦਾ ਪਹਿਲਾਂ ਪਾਣੀ ਲਿਆਓ, ਪਹਿਲਾਂ ਇਹਦੇ ਵਿੱਚ ਪਾਵਾਂਗੇ, ਫਿਰ ਅੰਦਰੋਂ ਪਾਣੀ ਆ ਜਾਏਗਾ। ਆ ਪਾਣੀ ਜਦੋਂ ਨਲਕੇ ਦਾ ਲੈ ਜਾਂਦਾ, ਆਪਾਂ ਪਾਣੀ ਪਾਉਂਦੇ ਹਾਂ ਤੇ ਫਿਰ ਆ ਜਾਂਦਾ ਹੈ ਨਾ। ਕਿਆ ਹੈ ਅੰਮ੍ਰਿਤ ਅੰਦਰ ਹੀ। ਜਦੋਂ ਬਾਹਰੋਂ ਅਸੀਂ ਅੰਮ੍ਰਿਤ ਦਾ ਜਾਗ ਲਾਵਾਂਗੇ ਤੇ ਅੰਮ੍ਰਿਤ ਦੇ ਫਿਰ ਅੰਦਰੋਂ ਝਰਨੇ ਫੁੱਟ ਪੈਣਗੇ। ਇਹ ਸਾਨੂੰ ਅੰਮ੍ਰਿਤ ਦੀ ਦਾਤ ਸਤਿਗੁਰੂ ਨੇ ਦਿੱਤੀ। ਤੇ ਜਦੋਂ ਕਿਹਾ ਭਾਈ ਦਇਆ ਸਿੰਘ ਨੂੰ ਕਿਹਾ ਨਾ, ਜਿਮ ਤੁਮ ਸਿਆਰ ਤੇ ਸਿੰਘ ਭਏ ਹੋ, ਅੰਮ੍ਰਿਤ ਛਾਕਰ ਤਿਆਰ ਹੋਏ ਹੋ। ਸਿਆਰ ਮੀਨਸ ਗਿੱਦੜ, ਤੁਸੀਂ ਗਿੱਦੜਾਂ ਤੋਂ ਸ਼ੇਰ ਬਣ ਗਏ ਹੋ। ਭਾਈ ਦਇਆ ਸਿੰਘ ਨੇ ਕਿਹਾ ਸੀ ਨਾ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाऊं, क्या दुश्मन से कैसे लड़ पाऊं। क्या सियार तो तुसी गिदड़ा तो शेर बन गए हो ना। जिम तुम सियार ते सिंह भये हो, अमृत छाकर तैयार हुए हो, क्या मम दास पर कृपा कीजै, खैर पौल की दास को दीजै। क्या दास बन के क्या अमृत दी दात मैनू भी दियो, मैनू भी अमृत छकाओ। ਤੇ ਭਾਈ ਦਇਆ ਸਿੰਘ ਨੇ ਪਤਾ ਕੀ ਕਿਹਾ, ਅੰਮ੍ਰਿਤ ਮਿਲ ਜਾਏਗਾ, ਸਿਰ ਲਿਆ ਜੇ ਤੇ ਅੰਮ੍ਰਿਤ ਦਿੱਤਾ ਜੇ। ਕਿਆ ਸਿਰ ਲਿਆ ਜੇ ਗੁਰੂ ਜੀ ਤੇ ਅੰਮ੍ਰਿਤ ਦਿੱਤਾ ਜੇ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਮੇਰਾ ਵੀ ਸਿਰ ਲੈ ਲਓ, ਮੈਂ ਵੀ ਤੁਹਾਨੂੰ ਸੀਸ ਭੇਟਾ ਕਰ ਦੇਣਾ। ਕਿਆ ਸਤਿਗੁਰੂ ਜੀ ਕੁਝ ਤੁਹਾਨੂੰ ਵੱਧ ਭੇਟਾ ਕਰਨਾ ਚਾਹੀਦਾ ਹੈ? ਤੁਸੀਂ ਸਾਡੇ ਗੁਰੂ ਹੋ। ਤੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਕਿਹਾ ਨਾ, ਇਹ ਸ਼ੀਸ਼ ਲੈ ਲਓ। ਭਾਈ ਦਇਆ ਸਿੰਘ ਕਹਿੰਦੇ ਨੇ, ਕਹਾ ਦਇਆ ਸਿੰਘ, ਕਿਆ ਸਿੰਘ ਬਣਨਾ ਐਵੇਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨਾ ਜੇ ਨਾ। ਕਹਾ ਦਇਆ ਸਿੰਘ, ਸਿੰਘ बनना कठिन है, हम सिंह बने शीश अपना कटाए के। पाछे तुम पौल दिया, पहले हम शीश दिया, हम देंगे पौल, तो क्या दोगे गणाए के। ਅਸੀਂ ਵੀ ਤੁਹਾਨੂੰ ਪੌਲ ਦੇਵਾਂਗੇ, ਅੰਮ੍ਰਿਤ ਦੀ ਦਾਤ ਦੇਵਾਂਗੇ, ਤੁਸੀਂ ਕੀ ਦਿਓਗੇ। ਤੇ ਸਾਹਿਬਾਂ ਨੇ ਕਿਹਾ ਗੋਬਿੰਦ ਰਾਏ ਦੇ ਨਾਲ ਸਿੰਘ ਲਾ ਦਿਓ। ਅੱਜ ਸਾਡੇ ਵੀਰ ਜਿਹੜੇ ਬੱਚੇ ਨੌਜਵਾਨ ਨੇ ਨਾ, ਮੈਂ ਹੁਣ ਭੈਣਾਂ ਦੀ ਗੱਲ ਕੀਤੀ, ਕੌਰ ਤੋਂ ਸ਼ਬਦ ਤੋਂ ਡਰਦੇ ਨੇ, ਸਾਡੇ ਵੀਰ ਵੀ ਅੱਜ ਸਿੰਘ ਨਾਂ ਤੋਂ ਡਰਦੇ ਨੇ। ਕਿਆ ਸਿੰਘ ਲਾ ਦਿਓ, ਅੰਮ੍ਰਿਤ ਦੀ ਦਾਤ ਦੇ ਦਿਓ। ਆ ਸੀਸ ਭੇਟਾ ਇੱਕ ਹੈ। 9 ਵਰਿਆਂ ਦੇ ਵਿੱਚ ਮੈਂ ਆਪਣੇ ਪਿਤਾ ਦੀ ਸੀਸ ਇੱਕ ਭੇਟਾ ਕਰ ਚੁੱਕਾ, ਇਸ ਨੂੰ ਕਬੂਲ ਕਰ ਲਓ। ਸਮਾਂ ਆਏਗਾ ਸਾਰੇ ਸੀਸ ਹੀ ਭੇਟਾ ਕਰ ਦਿਆਂਗੇ, ਸਮਾਂ ਆਏਗਾ ਸਾਰੇ ਸਿਰ ਭੇਟਾ ਕਰ ਦਿਆਂਗਾ। ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਮਾਂ ਆਇਆ ਤੇ ਆਪਣਾ ਸਾਰਾ ਪਰਿਵਾਰ ਹੀ ਭੇਟਾ ਕਰ ਦਿੱਤਾ, ਸਭ ਪਰਿਵਾਰ ਹੀ ਬੇੜੇ ਚੜਾ ਦਿੱਤਾ। ਇਹ ਹੈ ਅੰਮ੍ਰਿਤ ਦੀ ਦਾਤ। ਇਸ ਤਰ੍ਹਾਂ ਅੰਮ੍ਰਿਤ ਦੀ ਦਾਤ ਆਪ ਲਿੱਤੀ। ਗੁਰੂ ਪਿਆਰਿਓ, ਇਹ ਕੇਵਲ ਤੇ ਕੇਵਲ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣ ਵਾਲੀ ਗੱਲ ਹੈ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆ ਜਿਹੜਾ ਵਿਸਾਖੀ ਦਾ ਪੁਰਬ ਕੱਲ ਆ ਰਿਹਾ ਹੈ, ਇਹ ਵਿਸਾਖੀ ਖੌਰੇ ਸਾਡੇ ਅਗਲੇ ਸਾਲ ਆਉਣੀ ਹੈ ਕਿ ਨਹੀਂ। ਕਿਉਂਕਿ ਮੇਰੇ ਸਾਹਿਬ ਜੀ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਕਿਤੇ ਵਿਉਂਤਾ ਹੀ ਨਾ ਬਣਾਉਂਦੇ ਰਹੀਏ, ਅਗਲੇ ਵਿਸਾਖੀ ਛਕ ਲਾਂਗੇ, ਉਦੋਂ ਅਗਲੀ ਵਿਸਾਖੀ ਛਕ ਲਾਂਗੇ, ਕੱਲ ਛਕ ਲਾਂਗੇ। ਕੱਲ ਕਿਸੇ ਦਾ ਨਹੀਂ ਆਇਆ ਜੀ, ਕੱਲ ਨਹੀਂ ਆਉਣਾ ਕਿਸੇ ਨੇ। ਕੱਲ ਅੱਜ ਤੇ ਹੀ ਖਲੋਤਾ ਹੋਇਆ, ਕੱਲ ਨਹੀਂ ਆਉਣਾ। ਤੇ ਹੁਣ ਦੇਰ ਨਾ ਲਾਉਣਾ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਨਾ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈ ਕੇ ਗੁਰੂ ਦੀ ਗੋਦੀ ਦਾ ਮਾਣ ਪ੍ਰਾਪਤ ਕਰਿਆ ਜੇ। ਮੇਰੀਆਂ ਭੁੱਲਾਂ ਨਾ ਚਤਾਰਦਿਆਂ ਅਸੀਸ ਦਿਆ ਜੇ। ਮੈਂ ਆਪ ਜੁੜਾਂ, ਸੰਗਤਾਂ ਨੂੰ ਇਸੇ ਤਰ੍ਹਾਂ ਜੋੜਦਾ ਰਵਾਂ। ਦਿਓ ਅਸੀਸ, ਕਰੋ ਰਸਨਾ ਨੂੰ ਪਵਿੱਤਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।